गुरमुख अंतर शांत है, मन तन नाम समाए। जो मनुख सतगुरु दे सन्मुख है, जो गुरु दे दसे राहां ते चलदा है, उसके अंदर ठंड है, भाव उसके अंदर शांति है। क्यों कि वो तनो मनो प्रभु दी सिफत सलाह दे अंदर हमेशा लीन रहिंदा है। ਤਾਂ ਜੋ ਵੀ ਇਨਸਾਨ ਆਪਣੇ ਜੀਵਨ ਅੰਦਰ ਸੁਖ ਔਰ ਸ਼ਾਂਤੀ ਚਾਹੁੰਦਾ ਹੈ, ਉਹਨੂੰ ਮਨੋ ਤਨੋ ਰੱਬੀ ਗੁਣਾਂ ਦੇ ਅੰਦਰ ਲੀਨ ਰਹਿਣਾ ਚਾਹੀਦਾ ਹੈ। ਭਾਵ ਮਨ ਕਰਕੇ ਵੀ ਉਹ ਗੁਣਾਂ ਬਾਰੇ ਸੋਚੇ ਔਰ ਤਨ ਕਰਕੇ ਗੁਣਾਂ ਵਾਲੇ ਕਰਮ ਕਰੇ। ਨਾਮੋ ਚਿਤਵੈ ਨਾਮ ਪੜ੍ਹੈ, ਨਾਮ ਰਹਿ ਲਿਵ ਲਾਏ। ਜੋ ਗੁਰੂ ਦੇ ਸਨਮੁਖ ਰਹਿਣ ਵਾਲਾ ਇਨਸਾਨ ਹੈ, ਨਾਮੋ ਚਿਤਵੈ, ਚਿਤਵੇ ਦਾ ਮਤਲਬ ਚਿਤਾਰਦਾ ਹੈ, ਸੋਚਦਾ ਹੈ। ਨਾਮ ਪੜ੍ਹੈ, ਇਹਨੂੰ ਪੜ੍ਹੈ ਨਹੀਂ ਬੋਲਣਾ, ਅਡਾੜੇ ਥੱਲੇ ਅੱਧਾ ਹਾ ਲਾ ਕੇ ਪੜ੍ਹੈ, ਕਿਸੇ ਚੀਜ਼ ਨੂੰ ਪੜ੍ਹਨਾ। ਲਿਵ ਦਾ ਮਤਲਬ ਲਗਨ। ਨਾਮੋ ਚਿਤਵੈ, ਨਾਮ ਪੜ੍ਹੈ, ਉਹ ਰੱਬੀ ਗੁਣਾਂ ਨੂੰ ਹੀ ਚਿਤਵਦਾ ਹੈ, ਰੱਬੀ ਗੁਣਾਂ ਬਾਰੇ ਹੀ ਸੋਚਦਾ ਹੈ, ਰੱਬੀ ਗੁਣਾਂ ਨੂੰ ਆਪਣੀ ਸੋਚ ਵਿੱਚ ਵਸਾਉਂਦਾ ਹੈ, ਰੱਬੀ ਗੁਣਾਂ ਨੂੰ ਹੀ ਉਹ ਪੜ੍ਹਦਾ ਹੈ ਔਰ ਰੱਬੀ ਗੁਣਾਂ ਦੇ ਅੰਦਰ ਹੀ ਉਹ ਆਪਣੀ ਬਿਰਤੀ ਜੋੜੀ ਰੱਖਦਾ ਹੈ। ਨਾਮ ਦਾ ਮਤਲਬ ਰੱਬੀ ਰਜਾ ਜਾਂ ਰੱਬੀ ਗੁਣ। ਤਾਂ ਜੋ ਗੁਰੂ ਦੇ ਸਨਮੁਖ ਰਹਿਣ ਵਾਲਾ ਇਨਸਾਨ ਹੈ, ਉਸ ਦੀ ਇਹ ਨਿਸ਼ਾਨੀ ਹੈ ਕਿ ਉਹ ਗੁਣਾਂ ਬਾਰੇ, ਰੱਬੀ ਸਿਫਤ ਸਲਾਹ ਬਾਰੇ ਹੀ ਸੋਚਦਾ ਹੈ, ਉਸ ਦੀ ਸੋਚ ਦੇ ਅੰਦਰ ਰੱਬੀ ਗੁਣ ਨੇ। ਨਾਮ ਪੜ੍ਹੇ, ਉਹ ਜੇ ਪੜ੍ਹਦਾ ਹੈ ਤੇ ਰੱਬੀ ਗੁਣਾਂ ਬਾਰੇ ਹੀ ਪੜ੍ਹਦਾ ਹੈ, ਵਿਚਾਰਦਾ ਹੈ। ਨਾਮ ਰਹੇ ਲਿਵ ਲਾਏ, ਰੱਬੀ ਗੁਣਾਂ ਦੇ ਅੰਦਰ ਹੀ ਉਹ ਹਮੇਸ਼ਾ ਆਪਣੀ ਲਗਨ ਲਗਾਈ ਰੱਖਦਾ ਹੈ। ਨਾਮ ਪਦਾਰਥ ਪਾਇਆ, ਚਿੰਤਾ ਗਈ ਬਿਲਾਏ। ਨਾਮ ਪਦਾਰਥ ਦਾ ਮਤਲਬ ਹੁਕਮ, ਨਾਮ ਪਦਾਰਥ ਦਾ ਮਤਲਬ ਰੱਬੀ ਗੁਣਾਂ ਦਾ ਖਜ਼ਾਨਾ, ਸਿਫਤ ਸਲਾਹ। ਜਿਸਨੇ ਰੱਬੀ ਗੁਣਾ ਰੂਪ ਪਦਾਰਥ ਪਾ ਲਿਆ, ਸਿਫਤ ਸਲਾਹ ਪਾ ਲਈ, ਜੋ ਰੱਬੀ ਰਜਾ ਦੇ ਵਿੱਚ ਰਹਿਣਾ ਸਿੱਖ ਗਿਆ, ਚਿੰਤਾ ਗਈ ਬਿਲਾਏ, ਉਸ ਦੀ ਚਿੰਤਾ ਦੂਰ ਹੋ ਜਾਂਦੀ ਹੈ। ਬਿਲਾਏ ਦਾ ਮਤਲਬ ਹੁੰਦਾ ਹੈ ਦੂਰ ਹੋਣਾ, ਉਹਦੀ ਚਿੰਤਾ ਦੂਰ ਹੋ ਜਾਂਦੀ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਚਿੰਤਾ, ਫਿਕਰ, ਡਰ, ਸਹਿਮ ਆਦਿ ਇਹ ਸਾਰੇ ਨੈਗੇਟਿਵਿਟੀ ਕਰਕੇ ਜਾਂ ਔਗਣਾ ਕਰਕੇ, ਨਿਰਾਸ਼ਾਵਾਦ ਕਰਕੇ ਹੀ ਪੈਦਾ ਹੁੰਦੇ ਨੇ। ਤੇ ਜਿਸ ਮਨੁੱਖ ਦੀ ਸੋਚ, ਬੋਲ ਔਰ ਬਿਹੇਵੀਅਰ ਪੋਜ਼ਿਟਿਵ ਹੋਵੇ, ਸਕਾਰਾਤਮਕ ਹੋਵੇ, ਗੁਣਾਤਮਕ ਹੋਵੇ, ਉਸ ਦੀ ਜ਼ਿੰਦਗੀ ਦੇ ਅੰਦਰ ਚਿੰਤਾ ਨਹੀਂ ਰਹਿੰਦੀ। ਤਾਂ ਜੇ ਸਾਡੇ ਜੀਵਨ ਵਿੱਚ ਵੀ ਕਿਤੇ ਚਿੰਤਾ, ਝੋਰੇ, ਫਿਕਰ ਆਦਿਕ ਨੇ, ਤਾਂ ਉਹਨਾਂ ਨੂੰ ਦੂਰ ਕਰਨ ਦਾ ਇੱਕੋ ਇੱਕ ਸਾਧਨ ਹੈ ਰੱਬੀ ਰਜਾ ਨੂੰ ਸਮਝ ਕੇ ਰੱਬੀ ਰਜਾ ਵਿੱਚ ਜੀਵਨ ਗੁਜ਼ਾਰਨਾ ਔਰ ਰੱਬੀ ਗੁਣਾਂ ਦੇ ਧਾਰਨੀ ਹੋਣਾ। ਪਰ ਇਹ ਰੱਬੀ ਗੁਣ ਜਾਂ ਰੱਬੀ ਰਜਾ ਦੇ ਵਿੱਚ ਤੁਰਨਾ, ਇਹ ਸਾਨੂੰ ਮਿਲੇਗਾ ਕਿਵੇਂ? ਗੁਣ ਬੇਸ਼ੱਕ ਹਰ ਇਨਸਾਨ ਦੇ ਅੰਦਰ ਮੌਜੂਦ ਨੇ, ਪਰ ਉਹ ਗੁਣ ਅੰਦਰੋਂ ਪ੍ਰਗਟ ਨਹੀਂ ਹਨ। ਤਾਂ ਇਹਨਾਂ ਗੁਣਾਂ ਨੂੰ ਪ੍ਰਗਟ ਕਿਵੇਂ ਕਰੀਏ, ਐਸੀ ਜ਼ਿੰਦਗੀ ਕਿਵੇਂ ਜੀਵੀਏ, ਜਾਂ ਐਸੀ ਜੀਵਨ ਕਿਵੇਂ ਮਿਲ ਸਕਦਾ ਹੈ? ਤਾਂ ਗੁਰੂ ਜੀ ਕਹਿੰਦੇ ਨੇ, ਸਤਿਗੁਰ ਮਿਲਿਆ, ਮਿਲੀਏ ਨਹੀਂ ਪੜਨਾ, ਮਿਲਿਆ, ਸਤਿਗੁਰ ਮਿਲਿਆ, ਨਾਮ ਊਪਜੈ, ਤਿਸਨਾ ਭੁਖ ਸਭ ਜਾਏ। ਜੇ ਗੁਰੂ ਮਿਲ ਪੈ, ਸਤਿਗੁਰ ਮਿਲਿਆ, ਗੁਰੂ ਦੇ ਮਿਲਣ ਨਾਲ ਜੇ ਗੁਰੂ ਮਿਲ ਪੈ, ਤਾਂ ਨਾਮ ਊਪਜੈ, ਅੰਦਰੋਂ ਫਿਰ ਜੋ ਰੱਬੀ ਗੁਣ ਨੇ ਉਹ ਪੈਦਾ ਹੁੰਦੇ ਨੇ, ਪ੍ਰਗਟ ਹੁੰਦੇ ਨੇ। ਤੇ ਜਦੋਂ ਰੱਬੀ ਗੁਣ ਅੰਦਰੋਂ ਪ੍ਰਗਟ ਹੋ ਜਾਣ, ਭਾਵ ਕਿ ਉਹਨਾਂ ਰੱਬੀ ਗੁਣਾਂ ਨੂੰ ਬੰਦਾ ਯੂਜ਼ ਕਰਨਾ ਸ਼ੁਰੂ ਕਰ ਦੇਵੇ, ਤਿਸਨਾ ਭੁਖ ਸਭ ਜਾਏ, ਐਸੇ ਇਨਸਾਨ ਦੀ ਫਿਰ ਤ੍ਰਿਸ਼ਨਾ ਵੀ ਚਲੀ ਜਾਂਦੀ ਹੈ ਔਰ ਜੋ ਮਾਇਆ ਦੀ, ਵਿਕਾਰਾਂ ਦੀ ਭੁੱਖ ਸੀ ਅੰਦਰ, ਉਹ ਵੀ ਖਤਮ ਹੋ ਜਾਂਦੀ। ਬੰਦੇ ਦੇ ਅੰਦਰੋਂ ਤ੍ਰਿਸ਼ਨਾ ਖਤਮ ਹੋ ਗਈ, ਵਿਕਾਰਾਂ ਵੱਲ ਦੀ ਦੌੜ ਭੱਜ ਮੁੱਕ ਗਈ ਔਰ ਉਹ ਪੂਰਨ ਤੌਰ ਤੇ ਸ਼ਾਂਤ ਹੋ ਜਾਂਦਾ ਹੈ। ਨਾਨਕ ਨਾਮੇ ਰਤਿਆਂ, ਨਾਮੋ ਪੱਲੇ ਪਾਏ। ਰਤਿਆ ਨਹੀਂ ਪੜਨਾ, ਰਤਿਆਂ। ਰਤਿਆਂ ਦਾ ਮਤਲਬ ਰੰਗੇ ਜਾਣ ਕਰਕੇ। ਪੱਲੇ ਪਾਏ ਦਾ ਮਤਲਬ ਪੱਲੇ ਪੈਂਦਾ ਹੈ, ਮਿਲਦਾ ਹੈ, ਪ੍ਰਾਪਤੀ ਹੁੰਦੀ ਹੈ। ਨਾਮੇ ਰਤਿਆਂ ਦਾ ਮਤਲਬ ਰੱਬੀ ਸਿਫਤ ਸਲਾਹ ਦੇ ਵਿੱਚ ਰੰਗੇ ਜਾਇਆ। ਜੇ ਆਪਣੀ ਪ੍ਰੀਤ ਰੱਬੀ ਸਿਫਤ ਸਲਾਹ ਨਾਲ, ਰੱਬੀ ਗੁਣਾਂ ਦੇ ਨਾਲ ਬੰਦਾ ਲਾ ਲਵੇ, ਲਗਨ ਲਗਾ ਲੈ, ਨਾਮੋਂ ਪੱਲੇ ਪਾਏ, ਤਾਂ ਇਹ ਰੱਬੀ ਸਿਫਤ ਸਲਾਹ ਹੀ ਫਿਰ ਪੱਲੇ ਪੈਂਦੀ ਹੈ। ਭਾਵ ਕਿ ਅੰਦਰੋਂ ਰੱਬੀ ਸਿਫਤ ਸਲਾਹ, ਰੱਬੀ ਗੁਣ ਪ੍ਰਗਟ ਹੋ ਜਾਂਦੇ ਨੇ ਔਰ ਰੱਬੀ ਗੁਣਾਂ ਦੇ ਯੂਜ਼ ਕਰਨ ਦੇ ਨਾਲ
ਜੋ ਜੀਵਨ ਦੇ ਅੰਦਰ ਸੁਖ ਸ਼ਾਂਤੀ ਮਿਲਦੀ ਹੈ, ਉਹ ਸੁਖ ਸ਼ਾਂਤੀ ਸਾਨੂੰ ਮਿਲ ਸਕਦੀ ਹੈ। ਕਿਉਂਕਿ ਜਿਸ ਚੀਜ਼ ਦੇ ਨਾਲ ਸਾਡੀ ਲਗਨ ਹੋਏਗੀ, ਅਸੀਂ ਜਿਸ ਚੀਜ਼ ਵਾਸਤੇ ਯਤਨ ਕਰਾਂਗੇ, ਉਹੀ ਚੀਜ਼ ਸਾਨੂੰ ਮਿਲੇਗੀ, ਉਹਦਾ ਹੀ ਫਲ ਮਿਲੇਗਾ। ਜੇ ਅਸੀਂ ਈਰਖਾ, ਦ્વੈਸ਼, ਵੈਰ ਵਿਰੋਧ ਵਾਸਤੇ ਲਗਨ ਆਪਣੇ ਅੰਦਰ ਪੈਦਾ ਕਰਦੇ ਹਾਂ, ਤਾਂ ਇਹਦਾ ਫਲ ਚੰਗਾ ਨਹੀਂ ਨਿਕਲੇਗਾ, ਇਹਦਾ ਫਲ ਨਤੀਜਾ ਮਾੜਾ ਨਿਕਲੇਗਾ। ਤੇ ਪੱਲੇ ਉਹੀ ਪੈਗੀ ਈਰਖਾ, ਦ્વੈਸ਼, ਵੈਰ ਵਿਰੋਧ, ਕਿਉਂਕਿ ਅਸੀਂ ਟਰਾਈ ਕਰ ਰਹੇ ਹਾਂ ਉਹਦੇ ਵਾਸਤੇ। ਤੇ ਜਿਹੜਾ ਬੰਦਾ ਰੱਬੀ ਗੁਣਾਂ ਵਾਸਤੇ ਟਰਾਈ ਕਰੇਗਾ, ਰੱਬੀ ਗੁਣਾਂ ਲਈ ਯਤਨ ਕਰੇਗਾ, ਰੱਬੀ ਗੁਣਾਂ ਦੇ ਨਾਲ ਆਪਣੇ ਆਪ ਨੂੰ ਰੰਗ ਲਵੇਗਾ, ਉਹਦੇ ਪੱਲੇ ਰੱਬੀ ਗੁਣ ਪੈਣਗੇ, ਉਹਦੇ ਪੱਲੇ ਸੁਖ ਔਰ ਸ਼ਾਂਤੀ ਪੈਗੀ। ਮਹਿਲਾ ਚੌਥਾ, ਸਤਿਗੁਰ ਪੁਰਖ ਜੇ ਮਾਰਿਆ, ਭ੍ਰਮ ਭ੍ਰਮਿਆ ਘਰ ਛੋੜ ਗਿਆ। ਸਤਿਗੁਰ ਪੁਰਖ ਜੇ ਮਾਰਿਆ ਦਾ ਮਤਲਬ ਜਿਸ ਨੂੰ ਸਤਿਗੁਰ ਨੇ ਮਾਰਿਆ ਹੈ, ਭਾਵ ਜੋ ਸਤਿਗੁਰੂ ਵੱਲੋਂ ਮਰਿਆ ਹੋਇਆ ਹੈ, ਜੋ ਗੁਰੂ ਤੋਂ ਬੇਮੁਖ ਹੈ, ਜੋ ਗੁਰੂ ਦਾ ਫਿਟਕਾਰਿਆ ਹੋਇਆ ਹੈ। ਤਾਂ ਜੋ ਮਨੁੱਖ ਗੁਰੂ ਪਰਮੇਸ਼ਰ ਵੱਲੋਂ ਬੇਮੁਖ ਹੈ, ਗੁਰੂ ਪਰਮੇਸ਼ਰ ਵੱਲੋਂ ਮਾਰਿਆ ਹੋਇਆ ਹੈ, ਭਾਵ ਜਿਹਨੂੰ ਰੱਬ ਵਾਲੇ ਪਾਸੇ ਤੋਂ ਉੱਕਾ ਹੀ ਨਫ਼ਰਤ ਹੈ, ਜੋ ਰੱਬੀ ਗੁਣਾਂ ਦੇ ਨਾਲ ਜੁੜਨਾ ਹੀ ਨਹੀਂ ਚਾਹੁੰਦਾ, ਗੁਰੂ ਦੇ ਦੱਸੇ ਰਾਹ ਤੇ ਤੁਰਨਾ ਹੀ ਨਹੀਂ ਚਾਹੁੰਦਾ, ਜੋ ਰੱਬ ਔਰ ਗੁਰੂ ਦੇ ਗੁਣਾਂ ਦੇ ਵਿੱਚ ਵਿਸ਼ਵਾਸ ਹੀ ਨਹੀਂ ਰੱਖਦਾ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਜੋ ਇਨਸਾਨ ਹੈ ਭ੍ਰਮ ਭ੍ਰਮਿਆ, ਉਹ ਭਰਮ ਦੇ ਅੰਦਰ, ਭ੍ਰਮਿਆਂ ਦਾ ਮਤਲਬ ਭਟਕਦਾ ਰਹਿੰਦਾ ਹੈ, ਭੁਲੇਖੇ ਦੇ ਅੰਦਰ ਪਿਆ ਹੋਇਆ ਸਾਰੀ ਜ਼ਿੰਦਗੀ ਭਟਕਦਾ ਰਹਿੰਦਾ ਹੈ। ਘਰ ਛੋੜ ਗਿਆ ਤੇ ਉਹ ਆਪਣੇ ਘਰ ਨੂੰ ਛੱਡ ਜਾਂਦਾ ਹੈ, ਅਸਲ ਟਿਕਾਣੇ ਨੂੰ ਛੱਡ ਜਾਂਦਾ ਹੈ, ਉਹ ਆਪਣੇ ਅਸਲ ਗੋਲ ਤੋਂ, ਸਚਿਆਰਤਾ ਤੋਂ ਦੂਰ ਚਲਾ ਜਾਂਦਾ ਹੈ, ਉਹਦਾ ਮਨ ਹਮੇਸ਼ਾ ਭਟਕਦਾ ਰਹਿੰਦਾ ਹੈ। ਤਾਂ ਇਹਨੂੰ ਥੋੜਾ ਜਿਹਾ ਆਪਾਂ ਸਮਝਣ ਦਾ ਯਤਨ ਕਰਨਾ ਹੈ। ਹੁਣ ਜਿਸ ਮਨੁੱਖ ਦੇ ਜੀਵਨ ਅੰਦਰ ਗੁਣ ਨਹੀਂ, ਜੋ ਗੁਰੂ ਦੇ ਸਿਧਾਂਤਾਂ ਤੇ ਵਿਸ਼ਵਾਸ ਨਹੀਂ ਰੱਖਦਾ, ਮਤਲਬ ਐਸੀ ਜ਼ਿੰਦਗੀ ਨਹੀਂ ਜੀਂਦਾ, ਜਿਹਨੂੰ ਸਤ ਸੰਤੋਖ, ਦਇਆ, ਧਰਮ ਆਦਿਕ ਤੇ ਵਿਸ਼ਵਾਸ ਨਹੀਂ, ਇਹਨਾਂ ਤੇ ਅਮਲ ਨਹੀਂ ਕਰਦਾ, ਉਹਦੇ ਜੀਵਨ ਦੇ ਅੰਦਰ ਇੱਕ ਭੁਲੇਖਾ ਹੈ। ਕਿ ਉਹ ਭੁਲੇਖਾ ਕੀ ਹੈ? ਕਿ ਸ਼ਾਇਦ ਜੈਸੀ ਮੈਂ ਜ਼ਿੰਦਗੀ ਔਗਣਾਂ ਵਾਲੀ, ਵਿਕਾਰਾਂ ਵਾਲੀ ਜੀ ਰਿਹਾ ਹਾਂ, ਇਹੀ ਅਸਲ ਜੀਵਨ ਹੈ ਔਰ ਇਹਦੇ ਵਿੱਚੋਂ ਹੀ ਮੇਰੇ ਜੀਵਨ ਦੇ ਅੰਦਰ ਸੁਖ ਸ਼ਾਂਤੀ ਪੈਦਾ ਹੋ ਸਕਦੀ ਹੈ। ਉਹਦੇ ਜੀਵਨ ਦੇ ਅੰਦਰ ਇਹ ਭੁਲੇਖਾ ਹੈ ਕਿ ਸ਼ਾਇਦ ਐਸੀ ਜ਼ਿੰਦਗੀ ਦੇ ਅੰਦਰੋਂ ਹੀ ਸੁਖ ਮੇਰੇ ਜੀਵਨ ਵਿੱਚ ਪੈਦਾ ਹੋਏਗਾ। ਤੇ ਇਸ ਭੁਲੇਖੇ ਦੇ ਅੰਦਰ ਹੀ ਉਹ ਭਟਕਦਾ ਰਹਿੰਦਾ ਹੈ ਤੇ ਉਸ ਭਟਕਣ ਦੇ ਕਾਰਨ ਰੱਬੀ ਗੁਣਾਂ ਦੇ ਨਾਲੋਂ ਹਮੇਸ਼ਾ ਉਹ ਟੁੱਟਿਆ ਰਹਿੰਦਾ ਹੈ ਔਰ ਰੱਬੀ ਗੁਣਾਂ ਦੇ ਨਾਲੋਂ ਟੁੱਟਣ ਕਰਕੇ ਜੀਵਨ ਦੇ ਅੰਦਰ ਦੁੱਖ ਔਰ ਅਸ਼ਾਂਤੀ ਹੀ ਭੋਗਦਾ ਰਹਿੰਦਾ ਹੈ। ਆਪਣੇ ਅਸਲ ਘਰ ਨੂੰ ਛੱਡ ਜਾਂਦਾ ਹੈ, ਸੱਚ ਨੂੰ ਛੱਡ ਜਾਂਦਾ ਹੈ, ਉਹਦਾ ਮਨ ਸੱਚ ਦੇ ਵਿੱਚ ਟਿਕਦਾ ਨਹੀਂ, ਉਹਦਾ ਮਨ ਹਮੇਸ਼ਾ ਹੀ ਵਿਕਾਰਾਂ ਦੇ ਵਿੱਚ ਭਟਕਦਾ ਰਹਿੰਦਾ ਹੈ। ਉਸ ਪਿੱਛੇ ਵੱਜੇ ਫੱਕੜੀ, ਮੂੰਹ ਕਾਲਾ ਆਗੇ ਪਿਆ। ਫੱਕੜੀ ਦਾ ਮਤਲਬ ਹੁੰਦਾ ਹੈ ਡੋਂਡੀ, ਭੰਡੀ, ਬਦਨਾਮੀ। ਜਿਵੇਂ ਕੋਈ ਬੰਦਾ ਗਲਤ ਕਰਮ ਕਰੇ ਨਾ, ਤਾਂ ਲੋਕ ਚਾਰ ਜਣੇ ਬਹਿ ਕੇ ਉਹਦੀਆਂ ਗੱਲਾਂ ਕਰਦੇ ਨੇ, ਨਾਲ ਹੱਥਾਂ ਦੇ ਨਾਲ ਤਾੜੀਆਂ ਮਾਰਦੇ ਨੇ ਔਰ ਨਾਲ ਓਏ ਓਏ ਕਰਕੇ ਤਾੜੀ ਵਜਾਉਂਦੇ ਨੇ, ਮਜ਼ਾਕ ਉਡਾਣਾ, ਉਹਨੂੰ ਕਹਿੰਦੇ ਨੇ ਫੱਕੜੀ, ਬਦਨਾਮੀ। ਉਸ ਪਿੱਛੇ ਵੱਜੇ ਫੱਕੜੀ, ਉਹਦੇ ਪਿੱਛੇ ਲੋਕ ਫੱਕੜੀ ਵਜਾਉਂਦੇ ਨੇ, ਭਾਵ ਕਿ ਉਹਦੀ ਬਦਨਾਮੀ ਕਰਦੇ ਨੇ। ਮੂੰਹ ਕਾਲਾ ਆਗੇ ਪਿਆ, ਤੇ ਜਿੱਧਰ ਅੱਗੇ ਉਹ ਜਾਂਦਾ ਹੈ ਭਵਿੱਖ ਦੇ ਅੰਦਰ, ਜਿੱਥੇ ਵੀ ਉਹ ਜਾਂਦਾ ਹੈ ਉਹਦਾ ਮੂੰਹ ਕਾਲਾ ਹੁੰਦਾ ਹੈ। ਕਾਲਾ ਹੋਣ ਦਾ ਮਤਲਬ ਇਹ ਨਹੀਂ ਕਿ ਉਹਦੇ ਮੂੰਹ ਦੇ ਉੱਤੇ ਕਾਲਖ ਮਲੀ ਜਾਂਦੀ ਹੈ, ਮੁਕਾਲਖ ਖੱਟਦਾ ਹੈ, ਉਹਦੀ ਬਦਨਾਮੀ ਹੁੰਦੀ ਹੈ, ਉਹ ਕਿਤੇ ਮੂੰਹ ਵਿਖਾਣ ਜੋਗਾ ਨਹੀਂ ਰਹਿੰਦਾ। ਭਾਵ ਕਿ ਉਹਦੇ ਅੱਗੇ ਪਿੱਛੇ ਜਿੱਥੇ ਉਹ ਹਾਜ਼ਰ ਹੈ ਉੱਥੇ ਵੀ ਉਹਨੂੰ ਇੱਜ਼ਤ ਨਹੀਂ ਮਿਲਦੀ, ਜਿੱਥੇ ਉਹਨੇ ਅੱਗੇ ਜਾਣਾ ਹੈ ਉੱਥੇ ਵੀ ਉਹ ਬਦਨਾਮੀ ਖੱਟਦਾ ਹੈ, ਤੇ ਜਿੱਥੋਂ ਉਹ ਚਲਾ ਜਾਂਦਾ ਹੈ ਉੱਥੇ ਵੀ ਉਹਦੀ ਪਿੱਛੇ ਬਦਨਾਮੀ ਹੁੰਦੀ ਹੈ। ਇਸ ਲਈ ਸਿਆਣਿਆਂ ਨੇ ਬੜੇ ਪਿਆਰੇ ਬਚਨ ਕਹੇ ਨੇ ਕਿ ਆਪਣੀ ਜ਼ਿੰਦਗੀ ਐਸੀ ਬਣਾਓ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਲੋਕੀ, ਉੱਥੇ ਤੁਹਾਨੂੰ ਪਿਆਰ ਮਿਲੇ,
ਲੋਕ ਤੁਹਾਡਾ ਆਦਰ ਕਰਨ, ਸਤਿਕਾਰ ਕਰਨ, ਤੁਹਾਡੇ ਨਾਲ ਪਿਆਰ ਕਰਨ। ਐਸੀ ਜ਼ਿੰਦਗੀ ਜੀਵੋ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਲੋਕ ਤੁਹਾਨੂੰ ਪਿਆਰ ਕਰਨ। ਜਿੱਥੇ ਤੁਸੀਂ ਜਾਣਾ ਹੋਵੇ ਉੱਥੇ ਲੋਕ ਤੁਹਾਡਾ ਇੰਤਜ਼ਾਰ ਕਰਨ ਬੇਸਬਰੀ ਦੇ ਨਾਲ, ਔਰ ਜਿੱਥੋਂ ਤੁਸੀਂ ਚਲੇ ਜਾਓ ਉੱਥੇ ਲੋਕ ਤੁਹਾਨੂੰ ਹਮੇਸ਼ਾ ਯਾਦ ਕਰਦੇ ਰਹਿਣ। ਐਸੀ ਜ਼ਿੰਦਗੀ ਜੀ। ਪਰ ਜਿਹੜਾ ਗੁਰੂ ਤੋਂ, ਰੱਬ ਤੋਂ ਬੇਮੁਖ ਹੈ ਗੁਨਾਹ ਤੋਂ, ਜਿੱਥੇ ਉਹ ਰਹਿੰਦਾ ਹੈ ਉੱਥੇ ਉਹਨੂੰ ਬੇਇੱਜ਼ਤ ਹੋ ਕੇ ਰਹਿਣਾ ਪੈਂਦਾ ਹੈ। ਜਿੱਥੋਂ ਉਹ ਚਲਾ ਜਾਂਦਾ ਹੈ ਉੱਥੇ ਪਿੱਛੇ ਲੋਕ ਉਹਦੀ ਬਦਨਾਮੀ ਕਰਦੇ ਨੇ, ਫੱਕੜੀ ਵੱਜਦੀ ਹੈ, ਤੇ ਜਿੱਥੇ ਅੱਗੇ ਜਾਂਦਾ ਹੈ ਉੱਥੇ ਵੀ ਉਹਦੀ ਬਦਨਾਮੀ। ਤਾਂ ਐਸੀ ਜ਼ਿੰਦਗੀ ਉਸ ਮਨੁੱਖ ਦੀ ਹੈ ਜਿਹੜਾ ਗੁਰੂ ਪ੍ਰਭੂ ਵੱਲੋਂ ਮਾਰਿਆ ਹੈ, ਭਾਵ ਜੋ ਗੁਰੂ ਪ੍ਰਭੂ ਤੋਂ ਬੇਮੁਖ ਹੈ, ਆਪ ਖੁਦਰਾ ਹੈ। ਤੇ ਐਸੇ ਜੀਵਨ ਦੀ ਨਿਸ਼ਾਨੀ ਦੱਸ ਰਹੇ ਨੇ ਕਿ ਉਹ ਕਰਦਾ ਕੀ ਹੈ। ਉਸ ਅਰਲ ਬਰਲ ਮੂੰਹੋਂ ਨਿਕਲੇ, ਇਹ ਮੂੰਹ ਸ਼ਬਦ ਹੈ ਨਾ, ਬਹੁਤੇ ਵੀਰ ਭੈਣਾਂ ਪੜ੍ਹਦੇ ਨੇ ਮੂੰਹ ਹੋ, ਐਵੇਂ ਨਹੀਂ ਪੜ੍ਹਨਾ, ਮੂੰਹ ਬੋਲਣਾ ਹੈ, ਸਿੱਧਾ ਮੂੰਹ। ਤੇ ਉਸ ਨਹੀਂ ਬੋਲਣਾ, ਉਸ ਬੋਲਣਾ ਹੈ। ਉਸ ਅਰਲ ਬਰਲ ਮੂੰਹੋਂ ਨਿਕਲੇ, ਨਿਤ ਝੱਗੂ ਸੁੱਟਦਾ ਮੂਆ। ਇਹਨੂੰ ਝੱਗੂ ਨਹੀਂ ਪੜ੍ਹਨਾ, ਝੱਗੂ। ਝੱਗੂ ਦਾ ਮਤਲਬ ਹੁੰਦਾ ਹੈ ਝੱਗ, ਤੇ ਅਰਲ ਬਰਲ ਦਾ ਮਤਲਬ ਹੈ ਉਲਟ ਪੁਲਟ, ਅਸਤ ਵਿਅਸਤ, ਜਿਹਨੂੰ ਅਸੀਂ ਆਮ ਭਾਸ਼ਾ ਵਿੱਚ ਬਕਵਾਸ ਕਹਿ ਦਿੰਦੇ ਹਾਂ। ਉਸ ਅਰਲ ਬਰਲ ਮੂੰਹੋਂ ਨਿਕਲੇ, ਉਹਦੇ ਮੂੰਹ ਨਿਰਾ ਬਕਵਾਸ ਹੀ ਨਿਕਲਦਾ ਹੈ। ਉਹ ਜੋ ਕੁਝ ਬੋਲਦਾ ਹੈ ਉਲਟ ਪੁਲਟ ਬੋਲਦਾ ਹੈ। ਕਿਸੇ ਦੀ ਨਿੰਦਾ, ਚੁਗਲੀ, ਝੂਠ, ਫਰੇਬ ਔਰ ਰੱਬੀ ਰਜ਼ਾ ਤੋਂ ਉਲਟ, ਇਨਸਾਨੀਅਤ ਤੋਂ ਉਲਟ ਹੀ ਉਹ ਬੋਲਦਾ ਹੈ। ਸਮਾਜ ਭਲਾਈ ਦੀ ਗੱਲ ਨਹੀਂ ਕਰੇਗਾ। ਨਿਤ ਝੱਗੂ ਸੁੱਟਦਾ ਮੂਆ। ਝੱਗੂ ਦਾ ਮਤਲਬ ਮੂੰਹ ਚੋਂ ਝੱਗ ਸੁੱਟਦਾ ਰਹਿੰਦਾ ਹੈ। ਆਮ ਕਹਿੰਦੇ ਉਹ ਤੇ ਬੰਦਾ ਝੱਗ ਕੱਢਦਾ ਮੂੰਹ ਚੋਂ। ਝੱਗੂ ਦਾ ਮਤਲਬ ਨਿੰਦਾ ਕਰਨੀ। ਹਮੇਸ਼ਾ ਉਹ ਲੋਕਾਂ ਦੀ ਨਿੰਦਿਆ ਕਰਦਾ, ਲੋਕਾਂ ਦੇ ਔਗਣ ਗਿਣਦਾ, ਕਮੀਆਂ ਪੇਸ਼ੀਆਂ ਵੇਖਦਾ, ਬਕਵਾਸ ਕਰਦਾ। ਮੂਆ ਦਾ ਮਤਲਬ ਆਤਮਿਕ ਮੌਤ ਤੇ ਮਰ ਜਾਂਦਾ ਹੈ। ਦੁਖੀ ਵੀ ਹੁੰਦਾ ਹੈ, ਆਤਮਿਕ ਮੌਤ ਤੇ ਵੀ ਮਰ ਜਾਂਦਾ ਹੈ, ਆਪਣੇ ਅੰਦਰੋਂ ਇਨਸਾਨੀਅਤ ਵੀ ਖਤਮ ਕਰ ਲੈਂਦਾ ਹੈ। ਹੁਣ ਦੇਖੋ, ਖਾਮਖਾਹੀ ਕਿਸੇ ਦੀ ਨਿੰਦਾ ਕਰੀ ਜਾਣੀ, ਚੁਗਲੀ ਕਰੀ ਜਾਣੀ, ਜਾਂ ਵਿਕਾਰ ਕਮਾਣੇ, ਜਾਂ ਪਾਪ ਕਮਾਣੇ, ਨਫ਼ਰਤ ਕਰਨੀ, ਐਸਾ ਬੰਦਾ ਇਨਸਾਨੀਅਤ ਦਾ ਮਰਿਆ ਹੀ ਹੋਏਗਾ ਨਾ। ਇਨਸਾਨੀਅਤ ਮਰੇਗੀ ਤਾਂ ਹੀ ਬੰਦਾ ਐਸੇ ਕਰਮ ਕਰੇਗਾ। ਤਾਂ ਗੁਰੂ ਜੀ ਕਹਿੰਦੇ ਨੇ ਐਸੇ ਕਰਮ ਕਰਨ ਵਾਲਾ ਆਤਮਿਕ ਮੌਤ ਤੇ ਮਰ ਜਾਂਦਾ ਹੈ। ਕਿਆ ਹੋਵੇ ਕਿਸੇ ਹੀ ਦੇ ਕੀਤੇ, ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ। ਹੁਣ ਗੁਰੂ ਜੀ ਕਹਿੰਦੇ ਨੇ ਕਿਸੇ ਦੇ ਕੀਤਿਆਂ ਵੀ ਕੀ ਹੋ ਸਕਦਾ, ਕੁਛ ਨਹੀਂ ਹੋ ਸਕਦਾ, ਕਿਉਂਕਿ ਉਹਦਾ ਧੁਰ ਤੋਂ ਕਿਰਤ ਹੀ ਇਹੋ ਜਿਹਾ ਪਿਆ ਹੋਇਆ ਹੈ। ਹੁਣ ਇੱਥੇ ਜੋ ਕਿਰਤ ਹੈ ਨਾ, ਕਿਰਤ ਦਾ ਮਤਲਬ ਹੈ ਪਿਛਲੀ ਕੀਤੀ ਕਮਾਈ। ਕਮਾਈ ਦਾ ਮਤਲਬ ਪਿਛਲੇ ਸਮੇਂ ਦੇ ਅੰਦਰ ਕੀਤੇ ਗਏ ਕਰਮਾਂ ਤੋਂ ਬਣੇ ਹੋਏ ਸੰਸਕਾਰ। ਇਹਦਾ ਮਤਲਬ ਇਹ ਨਹੀਂ ਕਿ ਰੱਬ ਨੇ ਉਹਦੀ ਕਿਸਮਤ ਦੇ ਵਿੱਚ ਲਿਖ ਕੇ ਭੇਜਿਆ ਹੈ ਕਿ ਤੂੰ ਇਹ ਕੰਮ ਕਰਨੇ ਨੇ। ਕਿਰਤ ਦਾ ਮਤਲਬ ਜੋ ਸਾਡਾ ਬੀਤ ਗਿਆ ਸਮਾਂ ਹੈ ਨਾ, ਉਹਦੇ ਅੰਦਰ ਉਹਨੇ ਆਪਣੇ ਸੰਸਕਾਰ ਹੀ ਐਸੇ ਪੈਦਾ ਕੀਤੇ ਨੇ, ਔਰ ਹੌਲੇ ਹੌਲੇ ਉਹ ਸੰਸਕਾਰ ਉਹਦੇ ਪੱਕੇ ਹੋ ਗਏ ਨੇ, ਉਹਦੀ ਆਦਤ ਪੱਕੀ ਬਣ ਗਈ ਹੈ। ਕੀਤੇ ਕਰਮਾਂ ਦੇ ਸੰਸਕਾਰਾਂ ਰਾਹੀਂ ਉਹਦਾ ਸੁਭਾਅ ਬਣ ਗਿਆ। ਹੁਣ ਜਦੋਂ ਸੁਭਾਅ ਹੀ ਬਣ ਗਿਆ ਤੇ ਉਹ ਸੁਭਾਅ ਮੁਤਾਬਕ ਜ਼ਿੰਦਗੀ ਜੀ ਵੀ ਜਾਂਦਾ ਹੈ। ਕੋਈ ਉਹਦੇ ਬਾਰੇ ਕੀ ਕਰ ਸਕਦਾ? ਹੁਣ ਇਸ ਸੁਭਾਅ ਨੂੰ ਕਿਵੇਂ ਬਦਲੇ ਬੰਦਾ? ਕੋਈ ਬੰਦਾ ਉਹਦੇ ਸੁਭਾਅ ਨੂੰ ਨਹੀਂ ਨਾ ਬਦਲ ਸਕਦਾ। ਜੇ ਉਹਨੂੰ ਕਵੇ ਵੀ ਤੂੰ ਐਵੇਂ ਨਾ ਕਰਿਆ ਕਰ, ਤਾਂ ਇਸ ਚੀਜ਼ ਨੂੰ ਮੰਨੇਗਾ ਹੀ ਨਹੀਂ। ਰੀਜ਼ਨ ਕੀ ਇੱਕ ਬਿਮਾਰੀ ਵੀ ਹੁੰਦੀ ਹੈ, ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਮੈਂ ਬੇਨਤੀ ਕੀਤੀ, ਕੁਝ ਪਰਸਨੈਲਿਟੀ ਡਿਸਆਰਡਰ ਹੁੰਦੇ ਨੇ, ਜਿਨ੍ਹਾਂ ਦੇ ਅੰਦਰ ਐਸੇ ਪਰਸਨੈਲਿਟੀ ਡਿਸਆਰਡਰ ਪੈਦਾ ਹੋ ਜਾਂਦੇ ਨੇ, ਉਹਨਾਂ ਨੂੰ ਸੁਧਾਰਨਾ ਬਹੁਤ ਮੁਸ਼ਕਲ ਹੈ। ਇੰਪੋਸੀਬਲ ਤਾਂ ਨਹੀਂ, ਜੇ ਉਹ ਬਦਲਣਾ ਚਾਹਣ ਤਾਂ ਬਦਲ ਸਕਦੇ ਨੇ, ਪਰ ਔਖਾ ਬੜਾ ਹੈ। ਬਣੇ ਹੋਏ ਸੁਭਾਅ ਨੂੰ ਬਦਲਣਾ ਔਖਾ ਹੈ। ਔਖਾ ਇਸ ਕਰਕੇ ਹੈ ਕਿ ਜਿਹਦਾ ਐਸਾ ਸੁਭਾਅ ਬਣ ਜਾਂਦਾ ਹੈ ਉਹ ਆਪਣੀ ਗਲਤੀ ਮੰਨਣ ਲਈ ਤਿਆਰ ਹੀ ਨਹੀਂ ਹੁੰਦਾ। ਜੋ ਪੈਰਾਨਾਈਡ ਪਰਸਨੈਲਿਟੀ ਡਿਸਆਰਡਰ ਦਾ ਸ਼ਿਕਾਰ ਹੈ ਨਾ, ਉਹਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ, ਉਹ ਕਹਿੰਦਾ ਮੈਂ ਬਿਲਕੁਲ ਠੀਕ ਹਾਂ, ਬਾਕੀ ਗਲਤ ਹੈ। ਮੈਂ ਠੀਕ ਹਾਂ, ਬਾਕੀ ਗਲਤ ਨੇ। ਐਸੇ ਬੰਦੇ ਦੀ ਦੂਜੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਆਪਣੀਆਂ ਭਾਵਨਾਵਾਂ ਦੀ ਕਦਰ ਕਰਦਾ ਹੈ, ਦੂਜਿਆਂ ਦੀ ਭਾਵਨਾਵਾਂ ਦੀ ਕਦਰ ਨਹੀਂ ਕਰਦਾ। ਤੀਜੀ ਨਿਸ਼ਾਨੀ ਉਹਦੀ ਇਹ ਹੁੰਦੀ ਹੈ
ਕਿ ਉਹਦੇ ਵਿਰੋਧ ਵਿੱਚ ਉਹਦੀ ਛੋਟੀ ਜਿਹੀ ਵੀ ਗਲਤੀ ਉਹਦੇ ਦੱਸੋਗੇ ਨਾ, ਉਹਦੇ ਵਿਰੋਧ ਵਿੱਚ ਛੋਟੀ ਜਿਹੀ ਗੱਲ ਤੋਂ ਲੜਨ ਮਰਨ ਵਾਸਤੇ ਤਿਆਰ ਹੋ ਜਾਏਗਾ। ਇਹੋ ਜਿਹੇ ਲੋਕਾਂ ਦੀ ਚੌਥੀ ਨਿਸ਼ਾਨੀ ਇਹ ਹੁੰਦੀ ਹੈ ਜੋ ਪੈਰਾਨਾਈਡ ਪਰਸਨੈਲਿਟੀ ਡਿਸਆਰਡਰ ਦੇ ਸ਼ਿਕਾਰ ਨੇ। ਇੱਕ ਪਲ ਦੇ ਵਿੱਚ ਉਹ ਕਿਸੇ ਨੂੰ ਮਿੱਤਰ ਬਣਾ ਲੈਣਗੇ ਤੇ ਇੱਕ ਪਲ ਦੇ ਵਿੱਚ ਹੀ ਮਿੱਤਰਤਾ ਤੋੜ ਦੇਣਗੇ। ਔਰ ਐਸੇ ਲੋਕਾਂ ਦਾ ਇਹ ਨਹੀਂ ਪਤਾ ਹੁੰਦਾ ਕਿ ਅਗਲੇ ਪਲ ਉਹ ਕੀ ਕਰਨ ਜਾ ਰਹੇ ਨੇ, ਕਿਹੜੀ ਗੱਲ ਕਹੋਗੇ ਤੇ ਉਹਦਾ ਅੱਗੋਂ ਕੀ ਜਵਾਬ ਦੇਣਗੇ। ਐਸੇ ਲੋਕਾਂ ਦਾ ਕੋਈ ਪਤਾ ਨਹੀਂ ਹੁੰਦਾ। ਤੇ ਐਸੇ ਬੰਦਿਆਂ ਨੂੰ ਕਿਵੇਂ ਬਦਲ ਪਾਓਗੇ? ਔਖਾ ਹੈ ਨਾ। ਹਾਂ, ਬਦਲ ਸਕਦੇ ਨੇ ਜੇ ਉਹ ਆਪਣੀ ਗਲਤੀ ਦਾ ਅਹਿਸਾਸ ਉਹਨਾਂ ਨੂੰ ਹੋ ਜਾਏ ਔਰ ਉਹ ਗੁਰੂ ਦੱਸੇ ਰਾਹਾਂ ਤੇ ਤੁਰਨ, ਤਾਂ ਉਹਨਾਂ ਨੂੰ ਬਦਲਣ ਦੀ ਉਹਨਾਂ ਦੀ ਸੰਭਾਵਨਾ ਹੁੰਦੀ ਹੈ। ਤਾਂ ਗੁਰੂ ਜੀ ਕਹਿੰਦੇ ਨੇ ਐਸਾ ਜੇ ਕਿਸੇ ਦਾ ਸੁਭਾਅ ਬਣ ਗਿਆ ਤੇ ਉਹਦੇ ਵਿੱਚ ਹੁਣ ਹੋਰ ਕਿਸੇ ਦਾ ਦੋਸ਼ ਨਹੀਂ ਹੈ, ਉਹਦਾ ਆਪਣਾ ਦੋਸ਼ ਹੈ। ਉਹਨੇ ਆਪਣਾ ਸੁਭਾਅ ਐਸਾ ਬਣਾ ਲਿਆ ਹੈ। ਕਿਆ ਹੋਵੇ ਕਿਸੇ ਹੀ ਦੇ ਕੀਤਾ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ, ਕਿਸੇ ਦੇ ਕੀਤਿਆਂ ਕੁਛ ਨਹੀਂ ਹੋ ਸਕਦਾ। ਉਹਨੂੰ ਕੋਈ ਹੁਣ ਸੁਮਤ ਨਹੀਂ ਦੇ ਸਕਦਾ, ਕਿਉਂਕਿ ਮੁੱਢ ਤੋਂ, ਧੁਰ ਦਾ ਮਤਲਬ ਮੁੱਢ ਤੋਂ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹਦਾ ਸੁਭਾਅ ਬਣ ਗਿਆ ਹੈ ਤੇ ਉਸ ਸੁਭਾਅ ਮੁਤਾਬਕ ਉਹ ਜ਼ਿੰਦਗੀ ਜੀਵੀ ਜਾ ਰਿਹਾ। ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੇ ਨਾ ਪਾਵੇ। ਗੁਰੂ ਜੀ ਕਹਿੰਦੇ ਨੇ ਐਸਾ ਮਨੁੱਖ ਜਿੱਥੇ ਵੀ ਜਾਂਦਾ ਹੈ ਉੱਥੇ ਹੀ ਉਹ ਝੂਠਾ ਹੁੰਦਾ ਹੈ। ਝੂਠਾ ਤਾਂ ਹੈ ਕਿਉਂਕਿ ਝੂਠ ਬੋਲਦਾ ਹੈ। ਕਿਸੇ ਨਾ ਭਾਵੇ ਤੇ ਐਸਾ ਬੰਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਐਸੇ ਲੋਕਾਂ ਦੇ ਕਦੇ ਕੋਈ ਬਹੁਤੇ ਮਿੱਤਰ ਨਹੀਂ ਹੁੰਦੇ। ਐਸੇ ਲੋਕ ਕਿਸੇ ਨੂੰ ਚੰਗੇ ਨਹੀਂ ਲੱਗਦੇ। ਐਸਾ ਬੰਦਾ ਜਿੱਥੇ ਵੀ ਜਾਏਗਾ ਉੱਥੇ ਝੂਠਾ ਹੋਏਗਾ, ਕਿਉਂਕਿ ਉਹ ਝੂਠ ਬੋਲਦਾ ਹੈ ਔਰ ਝੂਠ ਬੋਲਣ ਕਰਕੇ ਕਿਸੇ ਨੂੰ ਚੰਗਾ ਨਹੀਂ ਲੱਗਦਾ। ਵੇਖੋ ਭਾਈ ਵਡਿਆਈ ਹਰ ਸੰਤੋ स्वामी अपने की, जैसा कोई करे तैसा कोई पावे। हे प्यारिओ, रब दे प्यारिओ, मालिक प्रभु दी वडियाई वेखो। वडियाई दा मतलब ओदा न्याय, ओदी एक सिफत वेखो कि जैहो जी कोई कमाई करदा है ओहो जिहा ही फल ओनू मिल जाता। जैसी कमाई करेगा, जैसा अपना बिहेवियर बना लेगा, बोलना चलना वेखना तकना सोच बोल कर्म जैसा भी कोई करेगा वैसा ही उन्हें फल मिल जाएगा। हुण जेड़ा बंदा हमेशा बकवास मार रहा है, अरल बरल बोल रहा है, पराई निंदिया करता है, हर थां ते झग्गू सुटदा फिरदा है, झूठ बोलदा है, इहो जिहा बंदा किसे नूं चंगा नहीं लगेगा, नफरत दा पात्र बनेगा, दुखी होएगा। तां गुरु जी कहंदे ने रब्बी नियम है कुदरत दा कि ਜਿਹੋ ਜੇ ਕੋਈ ਕਰਮ ਕਰਦਾ ਹੈ ਵੈਸਾ ਹੀ ਉਹਨੂੰ ਫਲ ਮਿਲਦਾ ਹੈ। ਇਹ ਬ੍ਰਹਮ ਵਿਚਾਰ ਹੋਵੇ ਦਰ ਸਾਚੈ, ਅੱਗੋਂ ਦੇ ਜਨ ਨਾਨਕ ਆਖ ਸੁਣਾਵੇ। ਬ੍ਰਹਮ ਵਿਚਾਰ ਦਾ ਮਤਲਬ ਹੈਗਾ ਬ੍ਰਹਮੰਡੀ ਸੱਚ। ਹੋਵੇ ਦਰ ਸਾਚੈ, ਰੱਬੀ ਦਰ ਦੇ ਵਿੱਚ ਇਹ ਸੱਚੀ ਵਿਚਾਰ, ਬ੍ਰਹਮ ਵਿਚਾਰ ਦਾ ਮਤਲਬ ਯੂਨੀਵਰਸਲ ਟਰੂਥ, ਸੱਚੀ ਵਿਚਾਰ ਸੱਚੀ ਦਰਗਾਹ ਵਿੱਚ ਹੁੰਦੀ ਹੈ। ਅੱਗੋਂ ਦੇ ਜਨ ਨਾਨਕ ਆਖ ਸੁਣਾਵੇ, ਦਾਸ ਨਾਨਕ ਪਹਿਲਾਂ ਹੀ ਤੁਹਾਨੂੰ ਆਖ ਕੇ ਸੁਣਾ ਰਿਹਾ ਹੈ ਤਾਂ ਜੋ ਭਲਾ ਬੀਜ ਬੀਜ ਕੇ ਭਲੇ ਦੀ ਆਸ ਹੋ ਸਕੇ। ਪਹਿਲਾਂ ਹੀ ਤੁਹਾਨੂੰ ਇਹ ਚੀਜ਼ ਦੱਸੀ ਜਾ ਰਹੀ ਹੈ। ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਇਹ ਯੂਨੀਵਰਸਲ ਟਰੁੱਥ ਹੈ, ਇੱਕ ਸੱਚੀ ਵਿਚਾਰ ਹੈ। ਰੱਬੀ ਨਿਜ਼ਾਮ ਦੇ ਅੰਦਰ ਇਹੀ ਕੁਛ ਵਰਤਦਾ ਹੈ। ਜੈਸਾ ਕੋਈ ਬੀਜਦਾ ਹੈ ਵੈਸਾ ਹੀ ਉਹਨੂੰ ਵੱਢਣਾ ਪੈਂਦਾ ਹੈ। ਦਾਸ ਨਾਨਕ ਤੁਹਾਨੂੰ ਇਹ ਗੱਲ ਪਹਿਲਾਂ ਹੀ ਆਖ ਕੇ ਸੁਣਾ ਰਿਹਾ ਹੈ, ਜਿਸ ਕਰਕੇ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਸੋਚ ਲਓ ਕਿ ਇਹਦਾ ਫਲ ਮਿਲਣਾ ਹੈ। ਤੁਹਾਡੇ ਕਿਸੇ ਬੋਲੇ ਹੋਏ ਬੋਲ ਨੇ ਨਿਰਰਥਕ ਨਹੀਂ ਜਾਣਾ, ਉਹਨੇ ਇਸ ਸਮਾਜ ਦੇ ਉੱਤੇ ਪ੍ਰਭਾਵ ਪਾਉਣਾ ਹੈ। ਤੁਹਾਡੇ ਹਰ ਕੰਮ ਦਾ ਤੁਹਾਨੂੰ ਰਿਜ਼ਲਟ ਮਿਲਣਾ ਹੈ, ਹਰ ਐਕਸ਼ਨ ਦਾ ਰਿਐਕਸ਼ਨ ਹੋਣਾ ਹੈ। ਦੀਵਾਰ ਵੱਲ ਗੇਂਦ ਮਾਰੋਗੇ ਉਹ ਗੇਂਦ ਵਾਪਸ ਤੁਹਾਡੇ ਵੱਲ ਆਣੀ ਹੈ। ਇਸ ਲਈ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਸੋਚੋ, ਬੋਲਣ ਤੋਂ ਪਹਿਲਾਂ ਸੋਚੋ ਕਿ ਇਹਦਾ ਰਿਜ਼ਲਟ ਕੀ ਨਿਕਲੇਗਾ।
ਤੇ ਜਿਹੜੇ ਬਿਨਾਂ ਸੋਚਣ ਤੋਂ ਕਰਮ ਕਰਦੇ ਨੇ ਉਹਨਾਂ ਦੇ ਫਿਰ ਨਤੀਜੇ ਵੀ ਜਿਹੜੇ ਨੇ ਉਹ ਹੀ ਨਿਕਲਦੇ ਨੇ, ਜਿਹੜੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਮੇਰੇ ਜੀਵਨ ਦੇ ਅੰਦਰ ਇਹ ਕੁਝ ਵੀ ਵਾਪਰ ਸਕਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਇਸ ਕਰਕੇ ਸਾਨੂੰ ਇਹ ਪਹਿਲਾਂ ਹੀ ਸੁਚੇਤ ਕਰ ਰਹੇ ਨੇ, ਜਿਸ ਕਰਕੇ ਚੰਗੇ ਕਰਮ ਕਰੋ ਔਰ ਚੰਗੇ ਦੀ ਆਸ ਹੋ ਸਕੇ। ਬੁਰਾ ਕਰਮ ਕਰਕੇ ਕਦੇ ਵੀ ਚੰਗੇ ਦੀ ਆਸ ਨਹੀਂ ਰੱਖੀ ਜਾ ਸਕਦੀ। ਪੌੜੀ ਗੁਰ ਸੱਚੇ ਬੱਧਾ ਥੇ ਰਖਵਾਲੇ ਗੁਰ ਦਿੱਤੇ। ਇੱਥੇ ਥੇ ਦਾ ਮਤਲਬ ਹੈ ਕਿ ਆਤਮਿਕ ਜੀਵਨ ਦਾ ਨਗਰ, ਆਤਮਿਕ ਜੀਵਨ ਦਾ ਟਿਕਾਣਾ ਗੁਰੂ ਨੇ ਬੰਨਿਆ ਹੈ। ਵੈਸੇ ਇਸ ਦਾ ਅਰਥ ਸਤਸੰਗ ਰੂਪ ਪਿੰਡ ਵੀ ਕੀਤਾ ਹੈ ਔਰ ਸਤਸੰਗਤ ਰੂਪ ਪਿੰਡ ਵੀ ਅਰਥ ਜਿਹੜਾ ਹੈ ਕੀਤਾ ਹੈ, ਲੇਕਿਨ ਇੱਥੇ ਜਿਹੜਾ ਨਾ ਆਤਮਿਕ ਜੀਵਨ ਥੇ ਦਾ ਮਤਲਬ ਹੁੰਦਾ ਹੈ ਪਿੰਡ, ਟਿਕਾਣਾ। ਗੁਰੂ ਨੇ ਆਤਮਿਕ ਜੀਵਨ ਦਾ ਇੱਕ ਟਿਕਾਣਾ ਬਣਾਇਆ ਹੈ, ਜਿਸ ਟਿਕਾਣੇ ਦੇ ਵਿੱਚ ਤੁਸੀਂ ਵਸਣਾ ਹੈ, ਆਤਮਿਕ ਜ਼ਿੰਦਗੀ ਜੀਣੀ ਹੈ। ਤੇ ਫਿਰ ਉਸ ਆਤਮਿਕ ਜੀਵਨ ਦੀ ਰਾਖੀ ਵੀ ਹੋਣੀ ਚਾਹੀਦੀ ਹੈ, ਪਿੰਡ ਦੇ ਰਾਖੇ ਵੀ ਚਾਹੀਦੇ ਨੇ ਨਾ। ਰਖਵਾਲੇ ਗੁਰ ਦਿੱਤੇ, ਗੁਰ ਦਿੱਤੇ ਦਾ ਮਤਲਬ ਗੁਰੂ ਨੇ ਦਿੱਤੇ ਨੇ, ਰਾਖੀ ਕਰਨ ਵਾਲੇ। ਤੇ ਉਸ ਆਤਮਿਕ ਜੀਵਨ ਦੀ ਰਾਖੀ ਕਰਨ ਵਾਲੇ ਵੀ ਗੁਰੂ ਨੇ ਦਿੱਤੇ ਨੇ। ਤੇ ਉਹ ਆਤਮਿਕ ਜੀਵਨ ਦੀ ਰਾਖੀ ਕਰਨ ਵਾਲੇ ਕੀ ਨੇ? ਗੁਰੂ ਦਾ ਗਿਆਨ, ਸ਼ੁਭ ਗੁਣ, ਸੱਚਾਈ, ਦਇਆ, ਨਿਰਭੈਤਾ, ਨਿਰਵੈਰਤਾ, ਪਿਆਰ, ਮੁਹੱਬਤ, ਇਨਸਾਨੀਅਤ, ਇਹ ਉਹ ਗੁਣ ਨੇ ਜੋ ਤੁਹਾਡੇ ਆਤਮਿਕ ਜੀਵਨ ਦੀ ਰਾਖੀ ਕਰਨਗੇ। ਇਹ ਉਹ ਗੁਣ ਨੇ ਜੋ ਤੁਹਾਡੀਆਂ ਖੁਸ਼ੀਆਂ ਦੀ ਰਾਖੀ ਕਰਨਗੇ। ਇਹ ਉਹ ਗੁਣ ਨੇ ਜੋ ਤੁਹਾਡੇ ਆਤਮਿਕ ਜੀਵਨ ਨੂੰ ਸਦਾ ਕਾਇਮ ਰੱਖਣਗੇ। ਜੇ ਇਹ ਰਖਵਾਲੇ ਨਾ ਰਹੇ ਤਾਂ ਫਿਰ ਕਾਮ, ਕ੍ਰੋਧ, ਲੋਭ ਆਦਿਕ ਜੋ ਉਜਾੜਨ ਵਾਲੇ ਨੇ ਉਹ ਤੁਹਾਡੀ ਖੁਸ਼ੀਆਂ ਨੂੰ ਉਜਾੜ ਦੇਣਗੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਨੇ ਆਤਮਿਕ ਜੀਵਨ ਦਾ ਇੱਕ ਪਿੰਡ ਨਗਰ ਵਸਾਇਆ ਹੈ, यानी जमीर वाली जिंदगी, इंसानियत वाली जिंदगी जीनी है हर इंसान ने। अब तो जाए चढ़े सिंहासन, मिले हैं सारिंग पानी, उस अवस्था दे उत्ते जीना है। नानक भगतां सदा विगास वाली जिंदगी जीनी है। ते ओदी राखी वास्ते गुरु ने शुभ गुण दिते ने, शुभ गुणां दे हमेशा धारनी रहना। पूर्ण होई आस, गुर चरणी मन रते। रते ਭੋਲਾ ਨਹੀਂ ਬੋਲਣਾ, ਰੱਤੇ, ਰੰਗੇ ਗਏ। ਜਿਨ੍ਹਾਂ ਦੇ ਮਨ ਗੁਰੂ ਦੇ ਚਰਨਾਂ ਵਿੱਚ ਜੁੜੇ ਨੇ, ਰੱਤੇ ਦਾ ਮਤਲਬ ਰੰਗੇ ਗਏ ਨੇ। ਗੁਰੂ ਦੇ ਚਰਨਾਂ ਦਾ ਮਤਲਬ ਗੁਰੂ ਦੀ ਵਿਚਾਰਧਾਰਾ, ਗੁਰੂ ਦੀ ਫਿਲਾਸਫੀ, ਗੁਰੂ ਦੇ ਸਿਧਾਂਤ। ਜਿਨ੍ਹਾਂ ਦੇ ਮਨ ਗੁਰੂ ਦੇ ਮੱਤ ਦੇ ਨਾਲ ਰੰਗੇ ਗਏ ਨੇ, ਗੁਰੂ ਦੇ ਗੁਣਾਂ ਦੇ ਨਾਲ ਰੰਗੇ ਗਏ ਨੇ, ਉਪਦੇਸ਼ ਦੇ ਨਾਲ ਰੰਗੇ ਗਏ ਨੇ, ਮੀਨਸ ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਰਹੇ ਨੇ। ਪੂਰਨ ਹੋਈ ਆਸ, ਉਹਨਾਂ ਦੀ ਆਸ ਪੂਰੀ ਹੋ ਜਾਂਦੀ ਹੈ। ਆਸ ਪੂਰੀ ਹੋਣ ਦਾ ਮਤਲਬ, ਪੂਰੀ ਹੋਣ ਦਾ ਮਤਲਬ ਹੈ ਖਤਮ ਹੋ ਜਾਣਾ। ਜਿਵੇਂ ਸਾਡੀ ਬੇਬੇ ਪੂਰੀ ਹੋ ਗਈ ਹੈ ਤਾਂ ਪੂਰੀ ਹੋ ਗਈ ਬੇਬੇ ਦਾ ਇਹ ਮਤਲਬ ਨਹੀਂ ਕਿ ਬੇਬੇ ਇੰਜੀਨੀਅਰ ਬਣ ਗਈ, ਤੁਹਾਨੂੰ ਪੁਲਾਂ ਦੇ ਠੇਕੇ ਲੈ ਗਈ। ਪੂਰੀ ਦਾ ਮਤਲਬ ਮਰ ਗਈ, ਖਤਮ ਹੋ ਗਈ। ਇੱਥੇ ਆਸ ਪੂਰੀ ਹੋਣ ਦਾ ਮਤਲਬ ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ, ਜਿਨ੍ਹਾਂ ਦੇ ਮਨ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਰੰਗੇ ਜਾਂਦੇ। ਗੁਰ ਕਿਰਪਾਲ ਬੇਅੰਤ, ਅਵਗੁਣ ਸਭ ਹਤੇ। ਦਿਆਲੂ ਔਰ ਬੇਅੰਤ ਗੁਰੂ ਨੇ ਉਹਨਾਂ ਦੇ ਸਾਰੇ ਅਵਗੁਣ ਨਾਸ ਕਰ ਦਿੱਤੇ ਨੇ। ਹਤੇ ਦਾ ਮਤਲਬ ਹੁੰਦਾ ਹੈ ਨਾਸ ਕਰ ਦੇਣਾ। ਕਿਰਪਾਲ ਦਾ ਮਤਲਬ ਕਿਰਪਾਲੂ ਨੇ, ਬੇਅੰਤ ਦਾ ਮਤਲਬ ਬੇਅੰਤ ਨੇ, ਗੁਰ ਦਾ ਮਤਲਬ ਗੁਰੂ ਨੇ। ਦਿਆਲ ਤੇ ਬੇਅੰਤ ਗੁਰੂ ਨੇ ਉਹਨਾਂ ਦੇ ਸਾਰੇ ਪਾਪ ਨਾਸ਼ ਕਰ ਦਿੱਤੇ ਨੇ, ਅਵਗੁਣ ਨਾਸ਼ ਕਰ ਦਿੱਤੇ ਨੇ। ਕਿੰਨਾਂ ਦੇ? ਜੋ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਨੇ, ਜਿਨ੍ਹਾਂ ਨੇ ਗੁਰੂ ਦੇ ਗੁਣਾਂ ਨੂੰ ਅਪਣਾ ਲਿਆ। ਜੋ ਹੁਣ ਗੁਰੂ ਦੇ ਗੁਣਾਂ ਨੂੰ ਅਪਣਾ ਲਏਗਾ ਉਹਨਾਂ ਦੇ ਅਵਗੁਣ ਆਟੋਮੈਟਿਕਲੀ ਖਤਮ ਹੋ ਜਾਣਗੇ। ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ। ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਏ, ਗੁਰੂ ਨੇ ਰਹਿਮਤ ਕਰਕੇ ਉਹਨਾਂ ਨੂੰ ਆਪਣਾ ਬਣਾ ਲਿਆ, ਉਹਨਾਂ ਨੂੰ ਆਪਣਾ ਕਰ ਲਿਆ, ਉਹ ਗੁਰੂ ਦੇ ਹੋ ਗਏ। ਤਾਂ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਨੂੰ ਵੀ ਗੁਰੂ ਆਪਣਾ ਬਣਾ ਲੈ, ਤਾਂ ਸਾਨੂੰ ਵੀ ਚਾਹੀਦਾ ਅਸੀਂ ਗੁਰੂ ਦੇ ਚਰਨਾਂ ਦੀ ਸ਼ਰਨ ਲਈਏ। ਮੀਨਸ ਆਪਣੀ ਮੱਤ ਨੂੰ ਛੱਡ ਕੇ
ਗੁਰੂ ਦੀ ਮੱਤ ਦੇ ਧਾਰਨੀ ਹੋ ਜਾਓ, ਗੁਰੂ ਤੁਹਾਨੂੰ ਆਪਣੇ ਬਣਾ ਲਏਗਾ, ਤੁਸੀਂ ਗੁਰੂ ਦੇ ਹੋ ਜਾਓਗੇ, ਗੁਰੂ ਦੇ ਪਿਆਰੇ ਹੋ ਜਾਓਗੇ, ਗੁਰੂ ਦੇ ਵਿੱਚ ਤੁਹਾਡੀ ਸੋਚ ਮਿਲ ਜਾਏ। ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ। ਗੁਰੂ ਜੀ ਕਹਿੰਦੇ ਨੇ ਮੈਂ ਸਦਾ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਗੁਰੂ ਵਿੱਚ ਇੰਨੇ ਗੁਣ ਨੇ, ਜਿਹਦੇ ਇੰਨੇ ਗੁਣ ਨੇ, ਜਿਹਦੀ ਇੰਨੀ ਮਹਾਨਤਾ ਹੈ, ਜਿਸ ਦਾ ਇੰਨਾ ਵਿਸ਼ਾਲ ਗਿਆਨ ਹੈ, ਜਿਸ ਦਾ ਦਿੱਤਾ ਵੇ ਆਫ ਲਾਈਫ ਬੜਾ ਮਹਾਨ ਹੈ, ਜਿਹਦੇ ਅੰਦਰ ਇੰਨੀਆਂ ਵਡਿਆਈਆਂ ਨੇ, ਮੈਂ ਆਪਣੇ ਉਸ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹਾਂ। ਤਾਂ ਦੇਖੋ ਗੁਰੂ ਦੀ ਪਾਵਨ ਬਾਣੀ ਦੇ ਅੰਦਰ ਕਿੰਨੀ ਮਹਾਨਤਾ ਹੈ। ਤਾਂ ਸਾਨੂੰ ਗੁਰਬਾਣੀ ਤੋਂ ਕੁਰਬਾਨ ਜਾਣਾ ਚਾਹੀਦਾ ਹੈ, ਵਾਰ ਨੇ ਸਦਕੇ ਜਾਣਾ ਚਾਹੀਦਾ, ਗੱਲੀ ਬਾਤੀ ਨਹੀਂ। ਕੁਰਬਾਨ ਬਲਿਹਾਰ ਹੋਣ ਦਾ ਮਤਲਬ ਹੈ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਣੀ, ਆਪਣੀ ਸੋਚ ਨੂੰ ਛੱਡ ਕੇ ਗੁਰਮਤ ਦੀ ਸੋਚ ਨੂੰ ਅਪਣਾ ਲੈਣਾ। ਤਾਂ ਗੁਰੂ ਜੀ ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਹਾਂ ਜਿਸ ਤੇ ਇੰਨੇ ਸਾਰੇ ਗੁਣ ਨੇ ਜਿਨ੍ਹਾਂ ਦਾ ਕੋਈ ਅੰਤ ਨਹੀਂ। ਸ਼ਲੋਕ ਮਹਿਲਾ ਪਹਿਲਾ। ਤਾਂ ਕੀ ਰਜ਼ਾਏ ਲੇਖਿਆ ਪਾਏ ਅਬ ਕਿਆ ਕੀਜੈ ਪਾਂਡੇ। ਰਜਾਏ ਨਹੀਂ ਪੜਨਾ, ਜੱਜੇ ਦੇ ਪੈਰ ਥੱਲੇ ਬਿੰਦੀ ਲਾ ਕੇ ਰਜ਼ਾਏ। ਤਾਂਕੀ ਦਾ ਮਤਲਬ ਉਸ ਦੀ, ਅਬ ਕਿਆ ਕੀਜੇ ਦਾ ਮਤਲਬ ਹੁਣ ਕੀ ਕਰ ਸਕਦੇ ਆ, ਕੁਛ ਵੀ ਨਹੀਂ ਕਰ ਸਕਦੇ। ਪਾਂਡੇ ਦਾ ਮਤਲਬ ਹੈ ਪੰਡਿਤ। ਲੇਖਿਆ ਪਾਏ ਦਾ ਮਤਲਬ ਲਿਖਿਆ ਹੋਇਆ ਪਾਉਂਦੇ ਹਾਂ, ਜੋ ਲਿਖਿਆ ਹੈ। हे ਪੰਡਿਤ, ਇਸ ਵੇਲੇ ਝੂਰਿਆਂ ਕੁਛ ਨਹੀਂ ਹੋ ਸਕਦਾ, ਕਿਉਂਕਿ ਪ੍ਰਭੂ ਦੀ ਰਜ਼ਾ ਦੇ ਅੰਦਰ ਹੀ ਆਪਣੇ ਲਿਖੇ ਹੋਏ ਲੇਖਾਂ ਦਾ ਫਲ ਪਾਈਦਾ ਹੈ। ਰਜ਼ਾਏ ਦਾ ਮਤਲਬ ਰਜ਼ਾ ਵਿੱਚ, ਪ੍ਰਭੂ ਦੀ ਰਜ਼ਾ ਵਿੱਚ। ਲੇਖਿਆ ਦਾ ਮਤਲਬ ਜੋ ਲਿਖਿਆ ਹੈ ਉਹ ਹੀ ਪਾਈਦਾ ਹੈ। ਹੁਣ ਰੱਬ ਦੀ ਰਜ਼ਾ ਦੇ ਵਿੱਚ ਲਿਖਿਆ ਕੀ ਹੈ? ਸਾਡੇ ਅੰਦਰ ਔਗਣ ਰੱਬ ਨੇ ਨਹੀਂ ਲਿਖੇ, ਇਹ ਔਗਣ ਅਸਾਂ ਆਪ ਲਿਖੇ ਨੇ, ਆਪਣਾ ਸੁਭਾਅ ਅਸਾਂ ਆਪ ਬਣਾਇਆ। ਅਸੀਂ ਲਿਖਿਆ ਨਾ ਜੋ ਕੁਛ ਲਿਖ ਰਹੇ ਹਾਂ। ਸ਼ੁਰੂ ਤੋਂ ਜਿਸ ਪਰਿਵਾਰ ਵਿੱਚ ਅਸੀਂ ਜੰਮੇ ਪਲੇ, ਉਸ ਪਰਿਵਾਰ ਦੀ ਜਿਹੜੀ ਬੋਲੀ ਸੀ ਉਹੋ ਜੀ ਸਾਡੀ ਬੋਲੀ ਬਣ ਗਈ। ਜੇ ਕੋਈ ਹਿੰਦੂ ਪਰਿਵਾਰ ਵਿੱਚ ਜੰਮਿਆ ਉਹਦੀ ਬੋਲੀ ਹਿੰਦੀ ਹੋ ਗਈ, ਪੰਜਾਬੀ ਪਰਿਵਾਰ ਵਿੱਚ ਜੰਮਿਆ ਸਿੱਖ ਪਰਿਵਾਰ ਵਿੱਚ ਉਹਦੀ ਬੋਲੀ ਪੰਜਾਬੀ ਹੋ ਗਈ, ਕਿਸੇ ਦੀ ਅੰਗਰੇਜ਼ੀ ਆਦਿਕ ਹੋ ਗਈ। ਪਹਿਲੀ ਗੱਲ ਤਾਂ ਲੈਂਗੁਏਜ ਉਹਨੇ ਸਿੱਖ ਲਈ, ਇਹ ਦੁਨੀਆ ਵਿੱਚ ਆ ਕੇ ਲਿਖੀ ਨਾ, ਜਿਹੜੇ ਅੱਖਰ ਲਿਖੇ ਗਏ ਭਾਵ ਕੇ ਅੰਦਰ ਸ਼ਬਦਾਵਲੀ ਦੀ ਆਵਾਜ਼ ਗਈ, ਉਹ ਲੈਂਗੁਏਜ ਬਣ ਗਈ। ਉਸ ਤੋਂ ਬਾਅਦ ਜੈਸਾ ਪਰਿਵਾਰ ਦੇ ਵਿੱਚ ਮਾਹੌਲ ਸੀ, ਉਸ ਟਾਈਪ ਦੀਆਂ ਉਹਦੀਆਂ ਬੱਚੇ ਦੀਆਂ ਆਦਤਾਂ ਡਿਵੈਲਪ ਹੋ ਗਈਆਂ। ਸੌਣਾ, ਜਾਗਣਾ, ਖਾਣਾ ਪੀਣਾ, ਪਹਿਨਾਵਾ ਵਗੈਰਾ, ਸ਼ਬਦਾਵਲੀ ਵਗੈਰਾ, ਟੋਨ ਕਿਸ ਟੋਨ ਤੇ ਬੋਲਣਾ ਹੈ, ਡਿਵੈਲਪ ਹੋਇਆ ਉਹਦੇ ਅੰਦਰ। ਉਸ ਤੋਂ ਬਾਅਦ ਉਹ ਆਪਣੇ ਸਾਥੀਆਂ ਦੇ ਵਿੱਚ ਖੇਲਿਆ ਮੱਲਿਆ, ਸਕੂਲ ਵਿੱਚ ਗਿਆ, ਫਿਰ ਉਹਨੇ ਪੜ੍ਹਾਈ ਆਰੰਭ ਕੀਤੀ। ਤਾਂ ਕਿੰਨੇ ਸਾਰੇ ਸੰਸਕਾਰ ਕਿੱਥੋਂ ਕਿੱਥੋਂ ਉਹਦੀ ਜ਼ਿੰਦਗੀ ਦੇ ਵਿੱਚ ਪੈਦਾ ਹੁੰਦੇ ਗਏ। ਫਿਰ ਉਹਦੀ ਆਪਣੀ ਡਿਵੈਲਪ ਸਮਝ ਇੱਕ ਬਣ ਗਈ, ਸੋਚ ਬਣ ਗਈ, ਤੇ ਉਸ ਸੋਚ ਮੁਤਾਬਕ ਹੁਣ ਉਹ ਜ਼ਿੰਦਗੀ ਜੀ ਰਿਹਾ ਹੈ, ਸੋਚ ਰਿਹਾ ਹੈ, ਬੋਲ ਰਿਹਾ ਹੈ, ਬਿਹੇਵ ਕਰ ਰਿਹਾ ਹੈ। ਤੇ ਜੈਸਾ ਬੰਦਾ ਹੁਣ ਸੋਚ ਰਿਹਾ ਹੈ, ਬੋਲ ਰਿਹਾ ਹੈ, ਬਿਹੇਵ ਕਰ ਰਿਹਾ ਹੈ, ਰਿਜ਼ਲਟ ਉਹਦਾ ਹੀ ਨਿਕਲੇਗਾ। ਜੇ ਹੁਣ ਕਿਸੇ ਨੇ ਆਪਣੇ ਅੰਦਰ ਚੰਗੇ ਗੁਣ ਡਿਵੈਲਪ ਕਰ ਲਏ ਨੇ, ਸੁਭਾਅ ਚੰਗਾ ਬਣ ਗਿਆ ਹੈ, ਤਾਂ ਉਹ ਚੰਗਾ ਸੋਚ ਰਿਹਾ ਹੈ, ਚੰਗਾ ਬੋਲ ਰਿਹਾ ਹੈ, ਚੰਗਾ ਕਰ ਰਿਹਾ ਹੈ, ਉਹਦਾ ਰਿਜ਼ਲਟ ਚੰਗਾ ਨਿਕਲ ਰਿਹਾ ਹੈ। ਤੇ ਜੇ ਕਿਸੇ ਨੇ ਆਪਣਾ ਸੁਭਾਅ ਈਰਖਾ, ਨਿੰਦਾ, ਚੁਗਲੀ ਵਾਲਾ ਬਣਾ ਲਿਆ, ਉਸੇ ਤਰ੍ਹਾਂ ਉਹ ਬੋਲੀ ਜਾ ਰਿਹਾ ਹੈ, ਕਰੀ ਜਾ ਰਿਹਾ ਹੈ, ਉਹਦਾ ਰਿਜ਼ਲਟ ਨਿਕਲੀ ਆ ਰਿਹਾ ਹੈ। ਤੇ ਪ੍ਰੋਬਲਮ ਇਹ ਹੈ ਕਿ ਜੇਕਰ ਤਾਂ ਉਹ ਦੁੱਖ ਕੱਲੇ ਮੈਨੂੰ ਹੁੰਦਾ ਫਿਰ ਕੋਈ ਗੱਲ ਨਹੀਂ ਸੀ ਕਿ ਮੈਂ ਇਕੱਲਾ ਦੁਖੀ ਸੀ, ਪਰ ਚੱਕਰ ਇਹ ਹੈ ਕਿ ਇਹ ਸਮਾਜ ਦੇ ਨਾਲ ਅਸੀਂ ਜੁੜੇ ਹੋਏ ਹਾਂ। ਮੈਂ ਆਪ ਇਕੱਲਾ ਦੁਖੀ ਨਹੀਂ ਹੁੰਦਾ, ਮੈਂ ਦੂਜਿਆਂ ਨੂੰ ਵੀ ਦੁੱਖ ਪਹੁੰਚਾਉਂਦਾ ਹਾਂ। ਲੇਕਿਨ ਇਹ ਹੈ ਸਾਰਾ ਸਿਸਟਮ ਦੇ ਵਿੱਚ, ਸਾਨੂੰ ਇਹ ਸੋਚਣਾ ਚਾਹੀਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਇਹ ਪੰਡਿਤ, ਇਸ ਵੇਲੇ ਝੂਰਿਆਂ ਕੁਛ ਨਹੀਂ ਹੋ ਸਕਦਾ। ਜੋ ਪਿਛਲੇ ਕੀਤੇ ਕਰਮਾਂ ਦੇ ਲੇਖ ਬਣੇ ਨੇ, ਉਹਦੇ ਮੁਤਾਬਕ ਜੋ ਅਸੀਂ ਕਰਮ ਕਰ ਰਹੇ ਹਾਂ, ਉਹਦਾ ਸਾਨੂੰ ਫਲ ਮਿਲ ਰਿਹਾ ਹੈ। ਤੇ ਜਿਹੜੇ ਕਰਮ ਕਰ ਬੈਠੇ ਆ, ਹੁਣ ਝੂਰਿਆਂ ਕੀ ਹੋਏਗਾ, ਪਛਤਾਇਆ ਕੀ ਹੋਏਗਾ, ਕੁਛ ਵੀ ਨਹੀਂ। ਇਸ ਲਈ ਆਪਣੇ ਸੁਭਾਅ ਨੂੰ ਬਦਲਣ ਦੀ ਲੋੜ ਹੈ। ਹੁਕਮ ਹੋਆ ਹਾਸਲ, ਹਾਸਲ ਦਾ ਮਤਲਬ ਮਿਲਿਆ।
ਤਦੇ ਹੋਏ ਨਿਬੜਿਆ। ਨਿਬੜਿਆ ਦਾ ਮਤਲਬ ਫੈਸਲਾ ਹੋ ਗਿਆ, ਜੋ ਕੁਝ ਹੋਣਾ ਸੀ ਉਹ ਹੋ ਚੁੱਕਾ। ਯਾਨੀ ਰੱਬੀ ਹੁਕਮ ਦੇ ਅੰਦਰ ਜੋ ਕੁਝ ਹੋਣਾ ਸੀ ਉਹ ਹੋ ਚੁੱਕਾ ਹੈ। ਹੰਢੇ ਜੀ ਕਮਾਂਦੇ, ਹੰਢੇ ਦਾ ਮਤਲਬ ਫਿਰਦੇ ਨੇ, ਕਮਾਂਦੇ ਦਾ ਮਤਲਬ ਕਰਮ ਕਰਦੇ ਹੋਏ, ਕਿ ਜੋ ਕੁਝ ਪ੍ਰਭੂ ਦਾ ਹੁਕਮ ਸੀ ਉਹੀ ਕੁਝ ਹੋਣਾ ਸੀ ਔਰ ਉਹ ਹੋ ਚੁੱਕਾ ਹੈ, ਤੇ ਜੀਵ ਉਸ ਹੁਕਮ ਦੇ ਅੰਦਰ ਹੀ ਕਰਮ ਕਰਦੇ ਹੋਏ ਫਿਰ ਰਹੇ ਨੇ, ਯਾਨੀ ਕਰਮ ਕਰ ਰਹੇ ਨੇ, ਜ਼ਿੰਦਗੀ ਜੀ ਰਹੇ ਨੇ ਜੋ ਰੱਬੀ ਹੁਕਮ ਹੈ ਉਸ ਹੁਕਮ ਦੇ ਅੰਦਰ। ਹੁਣ ਇਹ ਚੀਜ਼ ਫਿਰ ਸਮਝਣ ਵਾਲੀ ਹੈ। ਰੱਬ ਕਿਸੇ ਕੱਲੇ ਕੱਲੇ ਨੂੰ ਇਹ ਹੁਕਮ ਨਹੀਂ ਦੇ ਰਿਹਾ ਕਿ ਭਾਈ ਮੋਹਰ ਸਿਆ ਤੂੰ ਚੰਗੇ ਕਰਮ ਕਰ ਤੇ ਤੂੰ ਮਾੜੇ ਕਰਮ ਕਰ। ਐਵੇਂ ਰੱਬ ਨਹੀਂ ਹੁਕਮ ਕਰਦਾ। ਹੁਕਮ ਦਾ ਮਤਲਬ ਹੈ ਸਿਸਟਮ, ਲਾ ਆਫ ਨੇਚਰ ਕਹਿ ਲੋ, ਸਿਸਟਮ ਕਹਿ ਲੋ, ਹੁਕਮ ਕਹੋ, ਰਜ਼ਾ ਕਹੋ, ਭਾਣਾ ਕਹੋ, ਲੇਖ ਕਹੋ, ਸਾਰਿਆਂ ਦਾ ਮੀਨਿੰਗ ਇੱਕੋ ਹੀ ਹੈ। ਤਾਂ ਜੋ ਕੁਝ ਸਿਸਟਮ ਦੇ ਅੰਦਰ ਬੰਦਾ ਸੋਚ ਰਿਹਾ ਹੈ ਉਹੀ ਕੁਝ ਹੋਏਗਾ ਨਾ। ਜੇ 2 ਗੁਣਾ 2 ਦਬਾਓਗੇ ਕੈਲਕੂਲੇਟਰ ਵਿੱਚ ਤਾਂ ਉਹਦਾ ਜੋੜ 4 ਆਏਗਾ, ਤੇ ਜੇ 2 ਮਾਈਨਸ 2 ਦਬਾਓਗੇ ਤਾਂ ਉਹਦਾ ਰਿਜ਼ਲਟ ਜਿਹੜਾ ਹੈ ਉਹ 0 ਆਏਗਾ। ਕਿਉਂਕਿ ਜੋ ਕੁਝ ਦਬਾ ਰਹੇ ਹੋ, ਜਿਹੜੀ ਇਨਫੋਰਮੇਸ਼ਨ ਦੇ ਰਹੇ ਹੋ, ਕੈਲਕੂਲੇਟਰ ਨੇ ਉਹਦਾ ਉੱਤਰ ਉਹ ਹੀ ਦੇਣਾ ਹੈ। ਇਹ ਸੰਸਾਰ ਵੀ ਕੈਲਕੂਲੇਟਰ ਦੀ ਤਰ੍ਹਾਂ ਹੀ ਕੰਮ ਕਰਦਾ ਹੈ, ਸਾਡਾ ਦਿਮਾਗ ਵੀ, ਸਾਡਾ ਜੀਵਨ ਵੀ। ਜੋ ਅਸੀਂ ਆਪਣੇ ਅੰਦਰ ਇਨਫੋਰਮੇਸ਼ਨ ਦਿੰਦੇ ਹਾਂ, ਜੋ ਅਸੀਂ ਚੰਗਾ ਜਾਂ ਮਾੜਾ ਕਰਮ ਕਰਦੇ ਹਾਂ, ਫਲ ਉਹਦਾ ਹੀ ਮਿਲਦਾ ਹੈ। ਤੇ ਜੇ ਹੁਣ ਬੰਦਾ ਇੱਕ ਹੈ, ਯਾਰ ਮੈਂ ਵੀ 2 ਵਾਰੀ 2 ਲਿਖਿਆ ਸੀ, 2 ਗੁਣਾ 2, ਤੇਰਾ ਉੱਤਰ 4 ਆ ਗਿਆ ਹੈ, ਤੇ ਮੈਂ 2 ਮਾਈਨਸ 2 ਲਿਖਿਆ ਸੀ, ਮੇਰਾ ਉੱਤਰ 0 ਕਿਉਂ ਆ ਰਿਹਾ? ਲਿਖਿਆ ਤੇ ਮੈਂ ਵੀ 2 ਹੀ 2 ਵਾਰੀ, ਤੇਰਾ ਉੱਤਰ 4 ਆ ਰਿਹਾ ਹੈ, ਮੇਰਾ ਉੱਤਰ 0 ਆ ਰਿਹਾ ਹੈ। ਇਹ ਕੀ ਚੱਕਰ? ਇਹ ਸਿਸਟਮ ਗਲਤ ਨਹੀਂ ਹੈ, ਕਿਉਂਕਿ ਤੂੰ ਉੱਤਰ ਹੀ ਮਾਈਨਸ ਵਾਲਾ ਮੰਗ ਰਿਹਾ ਹੈ, ਉਹ ਗੁਣਾ ਵਾਲਾ ਮੰਗ ਰਿਹਾ ਹੈ। ਉੱਤਰ ਤੇ ਉਹ ਹੀ ਆਏਗਾ ਨਾ ਜਿਹੜਾ ਸਿਸਟਮ ਦੇ ਅੰਦਰ ਜੋ ਇਨਫੋਰਮੇਸ਼ਨ ਦੇ ਰਹੇ। ਤੇ ਜੇ ਕੋਈ ਬੰਦਾ ਕਹੇ ਯਾਰ ਤੇਰੀ ਜ਼ਿੰਦਗੀ ਵਿੱਚ ਖੁਸ਼ੀ ਹੈ, ਮੇਰੀ ਤੇ ਚਿੰਤਾ ਫਿਕਰ ਹੀ ਨਹੀਂ ਮਿਟਦਾ, ਤਾਂ ਵੀ ਚਿੰਤਾ ਫਿਕਰ ਆਟੋਮੈਟਿਕਲੀ ਨਾ ਸਿਸਟਮ ਦੇ ਅੰਦਰ ਤੂੰ ਕੰਮ ਹੀ ਚਿੰਤਾ ਫਿਕਰ ਵਾਲੇ ਕਰ ਰਿਹਾ ਹੈ। ਤੇਰੀ ਸੋਚ, ਤੇਰੀ ਬਿਹੇਵੀਅਰ, ਤੇਰਾ ਸੁਭਾਅ, ਉਹਦਾ ਰਿਜ਼ਲਟ। ਤੇ ਜੇ ਦੂਜੇ ਬੰਦੇ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਨੇ, ਇਸ ਇੱਕੋ ਹੀ ਧਰਤੀ ਹੈ, ਉਹੀ ਸੂਰਜ, ਉਹੀ ਚੰਦਰਮਾ, ਉਹੀ 24 ਘੰਟੇ ਨੇ, ਉਹੀ ਪੌਣ ਪਾਣੀ ਬੈਸੰਤਰ ਹੈ, ਜੇ ਉਹਦੀ ਜ਼ਿੰਦਗੀ ਵਿੱਚ ਖੁਸ਼ੀ ਹੈ ਤਾਂ ਇਹਦਾ ਮਤਲਬ ਉਹਦੀ ਸੋਚ, ਉਹਦੀ ਜੋ ਅੰਦਰ ਇਨਫੋਰਮੇਸ਼ਨ, ਉਹਦਾ ਸੁਭਾਅ, ਕਰਮ ਵੱਖਰੇ ਨਾ। ਇਸ ਕਰਕੇ ਮਹਿਲਾ ਦੂਜਾ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਹਰ ਇੱਕ ਦੇ ਨੱਕ ਵਿੱਚ ਨਕੇਲ ਹੈ, ਨੱਥ, ਨਕੇਲ। ਹੁਣ ਦੇਖੋ ਨੱਕ ਦੇ ਵਿੱਚ ਤਾਂ ਨਕੇਲ ਵੈਸੇ ਅਸੀਂ ਵੇਖੀਏ ਤਾਂ ਨਹੀਂ ਹੈ ਨਾ, ਕਿਸੇ ਦੇ ਨੱਕ ਵਿੱਚ ਵੀ ਨਹੀਂ ਹੈ। ਹਾਂ, ਬੀਬੀਆਂ ਨੇ ਕੋਈ ਅਨੱਥਾਂ ਪਾਈਆਂ ਹੋਣ, ਕਿਸੇ ਨੇ ਸੋਨੇ ਦੀਆਂ, ਤੇ ਉਹ ਇੱਕ ਵੱਖਰਾ ਟੌਪਿਕ ਹੈ। ਵੈਸੇ ਕਿਸੇ ਦੇ ਹੱਥ ਵਿੱਚ, ਨੱਕ ਦੇ ਵਿੱਚ ਨੱਥ ਨਹੀਂ ਨਾ ਪਈ ਹੋਈ ਕਿ ਜਿਹਨੂੰ ਫੜ ਕੇ ਰੱਬ ਖਿੱਚ ਰਿਹਾ ਹੋਵੇ। ਤਾਂ ਇੱਥੇ ਨੱਕ ਨੱਥ ਖਸਮ ਹੱਥ ਦਾ ਮਤਲਬ ਕਿ ਰੱਬ ਦੇ ਹੱਥ ਵਿੱਚ ਹੁਕਮ ਰੂਪੀ ਨਕੇਲ ਹੈ। ਭਾਵ ਕਿ ਸਾਰਾ ਸੰਸਾਰ ਇੱਕ ਹੁਕਮ ਦੇ ਅੰਦਰ ਚੱਲ ਰਿਹਾ ਹੈ, ਤੇ ਉਹ ਹੁਕਮ ਸਾਡੇ ਵੱਸ ਵਿੱਚ ਨਹੀਂ ਹੈ। ਅਸੀਂ ਉਸ ਹੁਕਮ ਦੇ ਵੱਸ ਵਿੱਚ ਹਾਂ। ਹੁਕਮ ਤੋਂ ਬਾਹਰ ਅਸੀਂ ਕੁਝ ਨਹੀਂ ਕਰ ਸਕਦੇ। ਕਿਰਤ ਧੱਕੇ ਦੇ, ਹੁਣ ਬੰਦੇ ਨੂੰ ਕਿਰਤ ਧੱਕ ਕੇ ਚਲਾ ਰਿਹਾ ਹੈ। ਕਿਰਤ ਦਾ ਮਤਲਬ ਸਾਡੇ ਕੀਤੇ ਹੋਏ ਕੰਮਾਂ ਦੇ ਜੋ ਸੰਸਕਾਰ ਨੇ, ਸੁਭਾਅ ਹੈ। ਜਿਵੇਂ ਦਾ ਅਸੀਂ ਆਪਣੇ ਸੁਭਾਅ ਨੂੰ ਬਣਾ ਲਿਆ ਹੈ, ਉਹ ਸੁਭਾਅ ਹਰ ਬੰਦੇ ਨੂੰ ਧੱਕੀ ਫਿਰ ਰਿਹਾ ਹੈ, ਚਲਾਈ ਫਿਰ ਰਿਹਾ ਹੈ। ਜੇ ਕਿਸੇ ਨੇ ਚੰਗਾ ਸੁਭਾਅ ਬਣਾ ਲਿਆ ਤਾਂ ਉਹ ਚੰਗਾ ਕਰੀ ਜਾ ਰਿਹਾ ਹੈ, ਜੇ ਕਿਸੇ ਨੇ ਮਾੜਾ ਸੁਭਾਅ ਬਣਾ ਲਿਆ ਤਾਂ ਉਹ ਮਾੜਾ ਕਰੀ ਜਾ ਰਿਹਾ। ਤੁਸੀਂ ਦੇਖੇ ਹੋਣਗੇ ਆਮ ਭੈਣ ਭਰਾ, ਕਈਆਂ ਦਾ ਸੁਭਾਅ ਬਹੁਤ ਚੰਗਾ ਹੁੰਦਾ ਹੈ, ਹਮੇਸ਼ਾ ਪੋਜ਼ਿਟਿਵ ਬੋਲਦੇ ਨੇ, ਤੁਹਾਡੀ ਸਿਫਤ ਕਰਨਗੇ। ਜਦੋਂ ਵੀ ਮਿਲੋਗੇ ਤੁਹਾਨੂੰ ਕਹਿਣਗੇ ਬੜੀ ਖੁਸ਼ੀ ਹੋਈ ਮਿਲ ਕੇ, ਕੀ ਹਾਲ ਚਾਲ ਹੈ, ਕੱਪੜੇ ਬੜੇ ਵਧੀਆ ਪਾਏ ਨੇ, ਬਾਲ ਬੱਚੇ ਰਾਜੀ ਹੋਣੇ ਨੇ, ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਦੂਜਾ ਬੰਦਾ ਤੁਹਾਨੂੰ ਮਿਲੇਗਾ ਤੇ ਮਿਲਦੇ ਹੀ ਕਹੇਗਾ, ਅੱਛਾ ਕਦੀ ਯਾਦ ਹੀ ਨਹੀਂ ਕੀਤਾ, ਆ ਗਈ ਯਾਦ, ਵੱਡੇ ਬੰਦੇ ਹੋ ਗਏ ਹੋ, ਕਿਸੇ ਨੂੰ ਪੁੱਛਦੇ ਹੀ ਨਹੀਂ। ਹੁਣ ਸੋਚ ਹੈ ਨਾ, ਆਪਣੀ ਆਪਣੀ ਸੁਭਾਅ ਬਣਾ ਲਿਆ ਨਾ ਕਿਸੇ ਨੇ ਗਿਲੇ ਸ਼ਿਕਵੇ ਵਾਲਾ,
ਕਿਸੇ ਨੇ ਉਲਾਮਿਆਂ ਵਾਲਾ, ਕਿਸੇ ਨੇ ਖੁਸ਼ੀ ਵਾਲਾ, ਕਿਸੇ ਨੇ ਮਾੜਾ, ਕਿਸੇ ਨੇ ਚੰਗਾ। ਤਾਂ ਉਹ ਸੁਭਾਅ ਧੱਕੀ ਫਿਰ ਰਿਹਾ ਹਰ ਇੱਕ ਨੂੰ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ। ਹਰ ਇਨਸਾਨ ਦੇ ਨੱਕ ਦੇ ਅੰਦਰ ਹੁਕਮ ਰੂਪ ਨਕੇਲ ਹੈ, ਖਸਮ ਦੇ ਹੱਥ ਵਿੱਚ ਹੈ, ਭਾਵ ਕਿ ਸਾਰੀ ਕਾਇਨਾਤ ਰੱਬੀ ਹੁਕਮ ਦੇ ਅੰਦਰ ਹੈ। ਤੇ ਇਸ ਹੁਕਮ ਦੇ ਅੰਦਰ ਚੱਲਦਿਆਂ ਮਨੁੱਖ ਦੇ ਜੋ ਬਣਿਆ ਹੋਇਆ ਸੁਭਾਅ ਹੈ ਚੰਗਾ ਜਾਂ ਮਾੜਾ, ਆਪਣੇ ਕਰਮਾਂ ਅਨੁਸਾਰ ਉਹ ਇਹਨੂੰ ਧੱਕੀ ਫਿਰ ਰਿਹਾ ਹੈ। ਜਹਾਂ ਦਾਣੇ ਤਹਾਂ ਖਾਣੇ। ਇੱਥੇ ਦਾਣੇ ਦਾ ਮਤਲਬ ਹੈ ਕਿਰਤ। ਜਿੱਥੇ ਕਿਸੇ ਦੀ ਕਿਰਤ ਹੈ ਤਹਾਂ ਖਾਣੇ, ਉੱਥੇ ਹੀ ਉਹ ਖਾ ਰਿਹਾ ਹੈ। ਨਾਨਕਾ ਸੱਚ ਹੈ, ਇਹ ਗੱਲ ਬਿਲਕੁਲ ਸੱਚੀ ਹੈ। ਜਹਾਂ ਦਾਣੇ ਤਹਾਂ ਖਾਣੇ, ਜੈਸੀ ਕਿਸੇ ਦੀ ਕਿਰਤ ਹੈ ਵੈਸਾ ਹੀ ਉਹ ਖਾ ਰਿਹਾ ਹੈ। ਜਿਹੋ ਜਿਹੇ ਦਾਣੇ ਨੇ ਵੈਸੇ ਉਹ ਖਾ ਰਿਹਾ ਹੈ। ਜਹਾਂ ਦਾਣੇ ਦਾ ਮਤਲਬ ਕਿਰਤ, ਕਿ ਜਿੱਥੇ ਕਿਰਤ ਹੈ, ਜੈਸੀ ਕਿਰਤ ਹੈ वैसा ही उखा रहा है। मीन्स कि जैसा करोगे वैसा ही खाओगे। चंगा करोगे चंगा, मंदा करोगे मंदा। जिथे जिथे किसी दी किरत है, जैसी जैसी दी किरत है वैसा ही वो खा रहा है, वैसा ही वो फल भोग रहा है। जिसने अपनी किरत मुताबिक सुभाव चंगा बना लिया है वो चंगा जीवन जीवी जी रहा है। जिसने किरत मुताबिक अपना सुभाव माड़ा बना लिया है ਉਹਦਾ ਮਾੜਾ ਫਲ ਭੋਗੀ ਜਾ ਰਿਹਾ ਹੈ। ਨਾਨਕਾ ਸੱਚ ਹੈ, ਗੁਰੂ ਜੀ ਕਹਿੰਦੇ ਨੇ ਇਹ ਗੱਲ ਬਿਲਕੁਲ ਸੱਚੀ ਹੈ। ਪੌੜੀ ਸਭੇ ਗੱਲਾਂ ਆਪ ਠਾਟ ਬਹਾਲਿਓਂ। ਗਲਾ ਨਹੀਂ ਪੜਨਾ, ਗੱਲਾਂ। ਬਹਾਲਿਓਂ ਦਾ ਮਤਲਬ ਉਹਨੇ ਕਾਇਮ ਕੀਤੀਆਂ ਨੇ। ਠਾਟ ਦਾ ਮਤਲਬ ਹੈ ਬਣਤਰ, ਵਿਉਂਤ। ਤਾਂ ਪ੍ਰਭੂ ਨੇ ਆਪ ਹੀ ਸਾਰੀਆਂ ਜਗਤ ਵਿਉਂਤਾਂ ਬਣਾ ਕੇ ਕਾਇਮ ਕੀਤੀਆਂ ਨੇ। ਸਭੇ ਗੱਲਾਂ ਥਾਟ, ਸਾਰੀਆਂ ਬਣਾਵਟਾਂ ਬਣਾ ਕੇ ਆਪ ਹੀ ਕਾਇਮ ਕੀਤੀਆਂ। ਭਾਵ ਕਿ ਇਹ ਸਾਰੇ ਦਾ ਸਾਰਾ ਸੰਸਾਰ ਦੀ ਜੋ ਬਣਤਰ ਹੈ ਉਹ ਰੱਬੀ ਰਜ਼ਾ ਔਰ ਭਾਣੇ ਵਿੱਚ ਹੈ। ਨਿੱਕੇ ਜਿਹੇ ਕਿਣਕੇ ਤੋਂ ਲੈ ਕੇ ਵੱਡੇ ਸਾਰੇ ਬ੍ਰਹਿਮੰਡ ਤੱਕ ਸਾਰੀ ਬਣਤਰ ਰੱਬੀ ਰਜ਼ਾ ਦੇ ਵਿੱਚ ਹੈ। ਆਪੇ ਰਚਨ ਰਚਾਏ ਆਪੇ ਹੀ ਘਾਲਿਓਂ। ਘਾਲਿਓਂ ਮਤਲਬ ਹੈ ਮਾਰ ਦੇਣਾ, ਨਾਸ ਕਰ ਦੇਣਾ। ਘਾਲ ਦਾ ਮਤਲਬ ਘਾਲ ਕਮਾਈ ਵੀ ਕਰਨਾ ਹੁੰਦਾ ਹੈ, ਲੇਕਿਨ ਘਾਲ ਦਾ ਮਤਲਬ ਮਾਰਨਾ ਵੀ ਹੁੰਦਾ। ਰਚਨ ਰਚਾਏ ਦਾ ਮਤਲਬ ਸੰਸਾਰ ਨੂੰ ਰਚਾ ਕੇ। ਪ੍ਰਭੂ ਆਪ ਹੀ ਸੰਸਾਰ ਦੀ ਰਚਨਾ ਕਰਦਾ ਹੈ ਔਰ ਇਹਨੂੰ ਰਚ ਕੇ ਆਪ ਹੀ ਇਹਦਾ ਨਾਸ਼ ਕਰਦਾ ਹੈ। ਭਾਵ ਜਨਮ ਔਰ ਮਰਨ ਰੱਬੀ ਰਜ਼ਾ ਦੇ ਵਿੱਚ ਹੈ। ਹੁਕਮ ਦੇ ਵਿੱਚ ਜਨਮ ਹੈ, ਹੁਕਮ ਦੇ ਅੰਦਰ ਮਰਨ ਹੈ। ਹੁਕਮ ਦੇ ਅੰਦਰ ਹੀ ਖੇੜਾ ਹੈ, ਹੁਕਮ ਦੇ ਅੰਦਰ ਹੀ पतझड़ आदिक है। यानी जन्म और मौत, विकास और विनाश, ये सारा कुछ रब्बी रजा दे विच है, रजा तो बाहर कुछ नहीं। आपे जंत उपाए आप प्रतिपाल्यों। प्रभु ने आप ही जीवां नूं पैदा कीता है और आप ही पालदा है। हुण किवें पाल रहा है रब? ਰੱਬ ਇਹ ਤੇ ਨਹੀਂ ਨਾ ਕਿ ਬੱਚਿਆਂ ਦੇ ਮੂੰਹ ਦੇ ਵਿੱਚ ਨਿੱਪਲ ਆਪ ਆਣ ਕੇ ਲਾਂਦਾ ਹੈ। ਤਾਂ ਹੁਕਮ ਦੇ ਅੰਦਰ ਪਾਲ ਰਿਹਾ ਹੈ। ਕੱਲੇ ਕੱਲੇ ਕੋਲ ਜੇ ਰੱਬ ਬੰਦਾ ਬਣ ਕੇ ਜਾਣਾ ਚਾਹੇ ਤਾਂ ਨਹੀਂ ਨਾ ਜਾਏਗਾ। ਰੱਬ ਸਰਵ ਵਿਆਪਕ ਹੈ। ਹੁਕਮ ਦੇ ਅੰਦਰ ਜੀਵ ਪੈਦਾ ਹੋ ਰਹੇ ਨੇ ਔਰ ਹੁਕਮ ਦੇ ਅੰਦਰ ਹੀ ਉਹਨਾਂ ਦੀ ਪਾਲਣਾ ਹੋ ਰਹੀ ਹੈ। ਹੁਕਮ ਤੋਂ ਬਾਹਰ ਕਿਸੇ ਦੀ ਪਾਲਣਾ ਨਹੀਂ ਹੋ ਸਕਦੀ। ਇੱਕ ਸਿਸਟਮ ਹੀ ਹੈ ਨਾ ਕਿ ਜੰਮਦੇ ਬੱਚੇ ਨੂੰ ਦੁੱਧ ਆਦਿਕ ਦੇਣੀ ਹੈ, ਖੁਰਾਕ ਵਗੈਰਾ ਦੇਣੀ ਹੈ ਤੇ ਉਸ ਖੁਰਾਕ ਦੇ ਨਾਲ ਪਲੇਗਾ। ਤੇ ਜੇ ਉਹਨੂੰ ਖੁਰਾਕ ਨਾ ਦਿੱਤੀ ਜਾਏ ਤੇ ਬੰਦਾ ਕਹੇ ਕਿ ਬਿਨਾਂ ਖੁਰਾਕ ਤੋਂ ਜੰਤਰ ਮੰਤਰ ਪੜ ਕੇ ਕਰਾਮਾਤਾਂ ਨਾਲ ਹੀ ਪਾਲ ਦੇਾਂਗੇ, ਤਾਂ ਨਹੀਂ ਹੋ ਸਕਦਾ ਐਸਾ। ਹੁਕਮ ਦੇ ਅੰਦਰ ਉਤਪਤੀ ਹੈ, ਹੁਕਮ ਦੇ ਅੰਦਰ ਪ੍ਰਤਪਾਲਨਾ ਹੈ। ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਓਂ। ਨਿਹਾਲਿਓਂ ਦਾ ਮਤਲਬ ਵੇਖਿਆ ਹੈ। ਆਪ ਹੀ ਆਪਣੇ ਸੇਵਕਾਂ ਨੂੰ ਗਲੇ ਲਾ ਕੇ ਰੱਖਦਾ ਹੈ ਤੇ ਆਪ ਹੀ ਆਪਣੇ ਸੇਵਕਾਂ ਨੂੰ ਮਿਹਰ ਦੀ ਨਜ਼ਰ ਦੇ ਨਾਲ ਵੇਖਦਾ ਹੈ। ਹੁਣ ਦੇਖੋ ਇੱਕ ਸਿਸਟਮ ਹੈ, ਜੋ ਰੱਬ ਦੀ ਨਜ਼ਰ ਤਲੇ ਆਏਗਾ, ਗਲੇ ਲੱਗਣਾ ਚਾਹੇਗਾ, ਉਹ ਗਲੇ ਲੱਗ ਜਾਏਗਾ। ਕਿਵੇਂ ਗਲੇ ਲੱਗਣਾ ਹੈ? ਰੱਬ ਇੱਕ ਸਰਵ ਵਿਆਪਕ ਪਰਮ ਸੱਤਿਆ ਹੈ। ਮੂਲ ਮੰਤਰ ਦੇ ਅੰਦਰ ਰੱਬ ਦੇ ਗੁਣ ਦੱਸੇ ਨੇ, ਇੱਕ ਓੰਕਾਰ ਤੋਂ ਲੈ ਕੇ ਸੈਭਮ ਤੱਕ ਤੇ ਅੱਗੇ ਗੁਰ ਪ੍ਰਸਾਦ ਦੇ ਨਾਲ ਉਹਦੀ ਪ੍ਰਾਪਤੀ ਹੈ।
ਤਾਂ ਜਿਹੜਾ ਵੀ ਇਹਨਾਂ ਗੁਣਾਂ ਦੇ ਗਲੇ ਲੱਗਣਾ ਚਾਹੇ, ਰੱਬੀ ਸ਼ਰਨ ਵਿੱਚ ਆਵੇ ਤਾਂ ਉਹ ਗੁਣ ਨੂੰ ਆਪਣੇ ਗਲੇ ਲਾ ਲੈਣ। ਜੇ ਕੋਈ ਸੱਚ ਦੇ ਗਲੇ ਲੱਗਣਾ ਚਾਹੇ ਕਿ ਸੱਚ ਨੂੰ ਗਲਵੱਕੜੀ ਪਾਣੀ ਹੈ, ਮੈਂ ਸੱਚ ਨੂੰ ਗਲੇ ਲਾਣਾ ਹੈ, ਤਾਂ ਕੀ ਸੱਚ ਮਨਾ ਕਰੇਗਾ ਕਿ ਨਾ ਮੈਂ ਤੇਰੇ ਨੇੜੇ ਨਹੀਂ ਆਉਣਾ, ਤੂੰ ਤੇ ਝੂਠ ਹੀ ਬੋਲ? ਐਵੇਂ ਨਹੀਂ ਨਾ ਹੁੰਦਾ। ਜੇ ਕੋਈ ਸੱਚ ਦੇ ਨਾਲ ਗਲਵੱਕੜੀ ਪਾਣਾ ਚਾਹੁੰਦਾ ਹੈ, ਪਾ ਸਕਦਾ ਹੈ। ਇਨਸਾਨੀਅਤ ਨਾਲ ਗਲਵੱਕੜੀ ਪਾਣਾ ਚਾਹੋ, ਪਾ ਸਕਦੇ ਹੋ। ਨਿਰਭੈਤਾ ਨਿਰਵੈਰਤਾ ਨੂੰ ਆਪਣੀ ਗਲਵੱਕੜੀ ਵਿੱਚ ਲੈਣਾ ਚਾਹੋ, ਲੈ ਸਕਦੇ ਹੋ। ਰੱਬੀ ਰਹਿਮਤ ਦੇ ਨਦਰ ਦੇ ਪਾਤਰ ਬਣਨਾ ਚਾਹੋ, ਬਣ ਸਕਦੇ ਹੋ। ਦੀਵਾ ਸਾਰਿਆਂ ਨੂੰ ਚਾਨਣ ਦੇ ਰਿਹਾ ਹੈ, ਪਰ ਸਾਰਿਆਂ ਉਹਨਾਂ ਨੂੰ ਜਿਨ੍ਹਾਂ ਦਾ ਮੂੰਹ ਦੀਵੇ ਵੱਲ ਹੈ। ਜੇ ਦੀਵੇ ਦੇ ਕੋਲ ਸਾਹਮਣੇ ਦੀਵੇ ਦੇ ਕੋਈ ਪਿੱਠ ਕਰਕੇ ਬਹਿ ਜਾਏ ਤੇ ਅੱਗੇ ਕਿਤਾਬ ਰੱਖ ਲੈ, ਦੀਵਾ ਉਹਨੂੰ ਚਾਨਣ ਨਹੀਂ ਦੇਵੇਗਾ। ਪਰ ਇਹ ਮੈਂ ਸ਼ਬਦਾਵਲੀ ਵਰਤ ਰਿਹਾ ਕਿ ਦੀਵਾ ਚਾਨਣ ਨਹੀਂ ਦੇਵੇਗਾ, ਕਿਉਂਕਿ ਦੀਵਾ ਤੇ ਦਿੰਦਾ ਹੀ ਚਾਨਣ ਹੈ। ਉਹਨੇ ਆਪ ਹਨੇਰਾ ਕਰ ਲਿਆ ਹੈ, ਉਹਨੇ ਆਪ ਚਾਨਣ ਵੱਲ ਪਿੱਠ ਕਰ ਲਈ ਹੈ। ਜਿਹੜਾ ਚਾਨਣ ਵੱਲ ਪਿੱਠ ਕਰੇਗਾ ਉਹਦੇ ਅੱਗੇ ਹਨੇਰਾ ਹੋ ਜਾਏਗਾ। ਜੇ ਸੱਚ ਵੱਲ ਪਿੱਠ ਕਰੋਗੇ ਅੱਗੇ ਝੂਠ ਆ ਜਾਏਗਾ। ਦਇਆ ਵੱਲ ਪਿੱਠ ਕਰ ਦਿਓਗੇ ਦਇਆ ਆਟੋਮੈਟਿਕਲੀ ਆ ਜਾਏਗੀ। ਪ੍ਰੇਮ ਵੱਲ ਕੋਈ ਪਿੱਠ ਕਰ ਲੇਗਾ ਉਹਦੇ ਜੀਵਨ ਵਿੱਚ ਈਰਖਾ, ਦਵੇਸ਼, ਵੈਰ, ਵਿਰੋਧ ਆਪੇ ਹੀ ਆ ਜਾਣਗੇ। ਖੁਸ਼ੀਆਂ ਵੱਲ ਪਿੱਠ ਕਰਕੇ ਬਹਿ ਜਾਓਗੇ, ਰੋਣੇ, ਕੀਰਨੇ, ਚਿੰਤਾਵਾਂ ਫਿਰ ਅੱਗੇ ਆਟੋਮੈਟਿਕਲੀ ਆ ਜਾਣਗੀਆਂ। ਸਾਡਾ ਦੋਸ਼ ਹੈ ਨਾ, ਰੱਬ ਤੇ ਵੇਖ ਰਿਹਾ, ਸਾਰਿਆਂ ਨੂੰ ਵੇਖ ਰਿਹਾ, ਪਰ ਮੈਂ ਹੀ ਰੱਬ ਵਾਲੇ ਪਾਸੇ ਪਿੱਛਾ ਕਰ ਲਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਰੱਬੀ ਹੁਕਮ ਵਿੱਚ ਤੁਰਦੇ ਨੇ, ਰੱਬ ਦੇ ਦਾਸ ਨੇ, ਉਹਨਾਂ ਨੂੰ ਆਪਣੇ ਸੀਨੇ ਨਾਲ ਲਾ ਲੈਂਦਾ ਹੈ, ਸੱਚ ਨਾਲ ਜੋੜ ਲੈਂਦਾ ਹੈ, ਜੋ ਰੱਬ ਦੇ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ। ਨਾਨਕ ਭਗਤਾਂ ਸਦਾ ਆਨੰਦ, ਭਾਉ ਦੂਜਾ ਜਾਲਿਓ। ਇੱਥੇ ਭਗਤਾਂ ਨਹੀਂ ਪੜਨਾ, ਬਿੰਦੀ ਲਗਾ ਕੇ ਪੜਨਾ ਹੈ, ਭਗਤਾਂ। ਨਾਨਕ ਭਗਤਾਂ ਸਦਾ ਆਨੰਦ, ਕਿ ਇਹ ਨਾਨਕ ਭਗਤਾਂ ਨੂੰ ਸਦਾ ਪ੍ਰਸੰਨਤਾ ਰਹਿੰਦੀ ਹੈ। ਭਗਤਾਂ ਦੇ ਜੀਵਨ ਵਿੱਚ ਹਮੇਸ਼ਾ ਆਨੰਦ ਹੈ, ਖੁਸ਼ੀਆਂ ਨੇ, ਖੇੜੇ ਨੇ, ਪ੍ਰਸੰਨਤਾ ਨੇ। ਕਿਉਂ ਭਗਤਾਂ ਦੇ ਜੀਵਨ ਵਿੱਚ ਕਿਉਂ ਖੁਸ਼ੀਆਂ ਨੇ? ਕਿਉਂਕਿ ਭਾਉ ਦੂਜਾ ਜਾਲਿਓ, ਉਹਨਾਂ ਨੇ ਮਾਇਆ ਦਾ ਪਿਆਰ ਸਾੜ ਦਿੱਤਾ ਹੈ। ਭਾਵ ਦਾ ਮਤਲਬ ਪਿਆਰ, ਦੂਜਾ ਦਾ ਮਤਲਬ ਮਾਇਆ ਦਾ। ਤੇ ਮਾਇਆ ਦਾ ਮਤਲਬ ਤੁਹਾਨੂੰ ਪਤਾ ਹੈ ਸੋਚ। ਉਹ ਸੋਚ ਜੋ ਸਾਨੂੰ ਰੱਬ ਵਰਗਾ ਹੋ ਕੇ ਨਹੀਂ ਜੀਣ ਦਿੰਦੀ, ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ। ਰੱਬ ਦੇ ਪਿਆਰਿਆਂ ਨੇ ਉਸ ਸੋਚ ਨੂੰ ਹੀ ਸਾੜ ਦਿੱਤਾ ਹੈ, ਉਹ ਸੋਚ ਨੂੰ ਖਤਮ ਕਰ ਦਿੱਤਾ ਹੈ। ਇਸ ਕਰਕੇ ਉਹਨਾਂ ਦੀ ਜ਼ਿੰਦਗੀ ਵਿੱਚ ਹਮੇਸ਼ਾ ਆਨੰਦ ਹੈ, ਹਮੇਸ਼ਾ ਖੁਸ਼ੀਆਂ ਨੇ। ਤੇ ਦੇਖੋ ਸਾਡੀ ਕਿੰਨੀ ਵੱਡੀ ਸਮੱਸਿਆ ਦਾ ਹੱਲ ਹੁੰਦਾ ਹੈ, ਸਾਨੂੰ ਕਿੰਨੇ ਸਵਾਲਾਂ ਦਾ ਉੱਤਰ ਮਿਲ ਜਾਂਦਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਚਿੰਤਾ ਕਿਉਂ ਹੈ। ਕਿਉਂਕਿ ਸਾਡੇ ਅੰਦਰ ਦੂਜਾ ਭਾਵ ਹੋ ਸਕਦਾ ਹੈ। ਸੈਲਫ ਐਨਾਲਿਸਿਸ ਕਰੋ, ਤੇ ਜੇ ਚਿੰਤਾਵਾਂ ਨੇ ਤਾਂ ਇਹਦਾ ਮਤਲਬ ਜਿਹੜਾ ਦੂਜਾ ਭਾਵ ਹੈ, ਸੈਲਫ ਐਨਾਲਿਸਿਸ ਕਰਕੇ ਦੂਜੇ ਭਾਵ ਨੂੰ ਸਾੜ ਦਿਓ, ਨੈਗੇਟਿਵ ਸੋਚ ਨੂੰ ਖਤਮ ਕਰ ਦਿਓ। ਪੋਜ਼ਿਟਿਵ ਸੋਚ, ਸਕਾਰਾਤਮਕ ਸੋਚ, ਗੁਣਾਂ ਵਾਲੀ ਸੋਚ ਬਣਾ ਲਓ। ਤੇ ਭਗਤ ਕੌਣ ਨੇ? ਤਾਂ ਆਪਾਂ ਰੋਜ਼ ਵਿਚਾਰ ਕਰ ਰਹੇ ਹਾਂ। ਮਤ ਹੁੰਦੀ ਹੋਏ ਧਿਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣਹੁੰਦੇ ਆਪ ਵੰਡਾਏ। ਉਹ ਐਸਾ ਭਗਤ ਸਦਾ ਹੈ, ਤੇ ਐਸਿਆਂ ਦੇ ਅੰਦਰ ਤੇ ਹਮੇਸ਼ਾ ਹੀ ਖੁਸ਼ੀ ਹੈ। ਨਿਵਨ ਸੋ ਅੱਖਰ ਖਵਨ ਗੁਣ, ਜਿਹਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ਼ ਕਰ, ਤਾਂ ਵਾਸਾ ਵੀ ਕੰਤ। ਇਹ ਦੋ ਤਿੰਨ ਗੁਣ ਨੇ, ਇਹਨਾਂ ਨੂੰ ਧਾਰਨ ਕਰ ਲਓ। ਨਿਮਰਤਾ, ਸਹਿਨਸ਼ੀਲਤਾ, ਮਿੱਠੇ ਬੋਲ, ਚਿੰਤਾਵਾਂ ਖਤਮ ਹੋ ਜਾਣ। ਪੋਜ਼ਿਟਿਵ, ਸਕਾਰਾਤਮਕ ਸੋਚੋ। ਇਸ ਲਈ ਗੁਰੂ ਜੀ ਕਹਿੰਦੇ ਨੇ, ਰੱਬੀ ਜੋ ਰੱਬ ਦੇ ਪਿਆਰੇ ਨੇ, ਉਹਨਾਂ ਦੇ ਜੀਵਨ ਦੇ ਅੰਦਰ ਹਮੇਸ਼ਾ ਆਨੰਦ ਹੈ, ਹਮੇਸ਼ਾ ਖੁਸ਼ੀਆਂ ਔਰ ਖੇੜੇ, ਪ੍ਰਸੰਨਤਾ ਹੈ। ਕਿਉਂਕਿ ਉਹਨਾਂ ਨੇ ਦੂਜੇ ਭਾਵ ਨੂੰ ਜਲਾ ਦਿੱਤਾ ਹੈ, ਅੰਦਰੋਂ ਵਿਕਾਰਾਂ ਨੂੰ, ਮੇਰ ਤੇਰ ਨੂੰ ਖਤਮ ਕਰ ਦਿੱਤਾ ਹੈ। ਇਸ ਕਰਕੇ ਉਹਨਾਂ ਦੇ ਜੀਵਨ ਦੇ ਅੰਦਰ ਹਮੇਸ਼ਾ ਖੁਸ਼ੀਆਂ, ਖੇੜੇ, ਆਨੰਦ, ਪ੍ਰਸੰਨਤਾ ਔਰ